ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜਾਰਤ ਕਰ ਮੁਲਤਾਨ ਦੀ, ਫਿਰ ਕਰਤਾਰਪੁਰੇ ਨੂੰ ਆਇਆ। ਚੜੇ ਸਵਾਈ ਦੇ ਦਹੀ, ਕਲ ਜੁਗ ਨਾਨਕ ਨਾਮ ਤੇ ਆਇਆ। ਬਿਨ ਨਾਵੇਂ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਸਬਾਇਆ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਥਾਪਿਆ ਲੈਣਾ ਜੀਵਨ ਦੇ, ਗੁਰਿਆਈ ਸਿਰ ਛਤਰ ਫਰਾਇਆ। ਜੋਤੀ ਜੋਤ ਮਿਲਾਏ ਗਏ, ਸਤਿਗੁਰੂ ਨਾਨਕ ਰੂਪ ਵਟਾਇਆ। ਲੱਖ ਕੋਇ ਨਾ ਸਕਈ, ਅਚਰਜ ਅਚਰਜ ਮਿਲਾਇਆ। ਕਾਇਆ ਪਲਟ ਸਰੂਪ ਬਣਾਇਆ। ਕਾਇਆ ਪਲਟ ਸਰੂਪ ਬਣਾਇਆ। ਜੋ ਤੋਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਜੋ ਆਪਾਂ ਹਫ਼ਤਾਵਾਰੀ ਪ੍ਰੋਗਰਾਮ ਕਰਦੇ ਹਾਂ ਬੁੱਧਵਾਰ, ਤੇ ਪਿਛਲੇ ਬੁੱਧਵਾਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਉਣ ਦਾ ਪੁਰਬ ਸੀ। ਉਹਦੇ ਸੰਬੰਧ ਵਿੱਚ ਆਪਾਂ ਕੋਈ ਗੁਰਮਤਿ ਵਿਚਾਰਾਂ ਕੀਤੀਆਂ ਸੀ ਵੀ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਸੰਸਾਰ 'ਤੇ ਜਾਣ ਤੋਂ ਪਹਿਲਾਂ ਉਹਨਾਂ ਨੇ ਕੀ ਕੀ ਹਦਾਇਤਾਂ ਕੀਤੀਆਂ ਕਿ ਸਾਡੇ ਸਰੀਰ ਦੀ ਅੰਤਮ ਕਿਰਿਆ ਕਿਸ ਤਰ੍ਹਾਂ ਕਰਨੀ ਹੈ। ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਰੀਰ ਛੱਡਣ ਤੋਂ ਪਹਿਲਾਂ ਦੱਸ ਦਿੱਤੀਆਂ। ਔਰ ਬਾਬਾ ਸੁੰਦਰ ਜੀ ਨੇ ਉਹ ਹਦਾਇਤਾਂ ਲਿਖ ਲਈਆਂ, ਤੇ ਮੁੜ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਹ ਹਦਾਇਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ ਹੋਈਆਂ ਨੇ ਕਿ ਮਤ ਮੈਂ ਪਿੱਛੇ ਕੋਈ ਰੋਬ ਸੀ, ਸੋ ਮੈਂ ਮੂਲ ਨਾ ਪਾਇਆ। ਮਿਤ ਪੈਜੇ ਮਿਤ ਬਿਕਸੇ, ਜਿਸ ਮਿਤ ਕੀ ਪੈਜ ਭਾਵੇ। ਤੁਸੀਂ ਪੁੱਤ ਭਾਈ ਵਿਚਾਰ ਦੇਖੋ, ਹਰ ਸਤਿਗੁਰੂ ਪਹਿਨਾਵੇ। ਪਹਿਨਾਵੇ ਮਤਲਬ ਇਹ ਮੌਤ ਜਿਹੜੀ ਕੋਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਮੌਤ ਜਿਹੜੀ ਕੋਈ ਮਾੜੀ ਚੀਜ਼ ਨਹੀਂ ਹੈ, ਇਹ ਵੀ ਇੱਕ ਸਰੋਪਾ ਹੈ ਰੱਬ ਵੱਲੋਂ। ਹਰ ਸਤਿਗੁਰੂ ਪਹਿਨਾਵੇ। ਜਿਸ ਤਰ੍ਹਾਂ ਸਰੀਰ ਜਰਜਰਾ ਹੁੰਦਾ ਜਾਂਦਾ ਹੈ, ਕਬੀਰ ਬੇੜਾ ਜਰਜਰਾ, ਫੂਟੇ 6,000, ਹਰਗੁਏ ਹਰਗੁਏ ਤਿਰ ਗਏ, ਡੂਬੇ ਜਿਨ ਸਿਰ ਭਾਰ। ਗੁਰੂ ਕੀ ਬਾਣੀ ਦਾ ਇੱਕ ਵਾਕ ਆਉਂਦਾ ਹੈ, ਇਹ ਸਰੀਰ ਜਰਜਰੀ, ਇਸ ਨੂੰ ਜਰ ਪਹੁੰਚੇ ਆਏ। ਇਹ ਦਿਨੋਂ ਦਿਨ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ, ਛਿਦਰ ਵੱਧਦੇ ਜਾਂਦੇ ਨੇ, ਛੇਕ ਵੱਧਦੇ ਜਾਂਦੇ ਨੇ। ਅਖੀਰ ਤੱਕ ਇਹਨੂੰ ਇਹੋ ਜਿਹਾ ਜੰਗ ਲੱਗ ਜਾਂਦਾ ਹੈ। ਬੜੇਪਾ ਜਿਹਨੂੰ ਕਹਿੰਦੇ ਨੇ, ਜਬ ਲੱਗ ਜਰਾ ਰੋਗ। ਸਭ ਤੋਂ ਵੱਡਾ ਰੋਗ ਇਸ ਸਰੀਰ ਨੂੰ ਬੜੇਪਾ ਹੈ। ਤੇ ਜਦੋਂ ਉਹ ਲੱਗ ਜਾਂਦਾ ਨਾ ਬੜੇਪੇ ਦਾ ਰੋਗ, ਫਿਰ ਉਹ ਰੋਗ ਜਾਂਦਾ ਨਹੀਂ ਹੈ। ਮਨਮੁਖ ਰੋਗ ਕਦੇ ਨਾ ਜਾਏ। ਪਰ ਕਹਿੰਦੇ ਜਬ ਲਗ ਜਰਾ ਰੋਗ ਨਹੀਂ ਆਇਆ, ਤੇ ਜਬ ਲਬ ਕਾਲ ਗਰਸੀ ਨਹੀਂ ਕਾਇਆ। ਜਬ ਲਗ ਬਿਕਲ ਪਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ।
ਮਹਾਰਾਜ ਕਹਿੰਦੇ ਵਡੇਪਾ ਆਉਣ ਤੋਂ ਪਹਿਲਾਂ ਪਹਿਲਾਂ, ਇਹ ਜੰਗ ਲੱਗਣ ਤੋਂ ਪਹਿਲਾਂ ਪਹਿਲਾਂ, ਜੰਗਾਲ ਲੱਗਣ ਤੋਂ ਪਹਿਲਾਂ ਪਹਿਲਾਂ ਆਪਣੇ ਆਪ ਨੂੰ ਸੰਭਾਲ ਲੈ। ਤੇ ਜਿੱਦਣ ਇਹ ਵਡੇਪਾ ਆ ਗਿਆ ਮੁੜ ਕੇ ਇਹਦਾ ਇਲਾਜ ਨਹੀਂ ਹੋਣਾ। ਜਿਹੜਾ ਅਸੀਂ ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀ, ਜਿਨੇ ਅੰਤਰ ਸੁਰਤ ਗਿਆਨ, ਸਦਾ ਸਦਾ ਹਰ ਗੁਣ ਰਵੇ ਅੰਤਰ ਸਹਿਜ ਧਿਆਨ। ਉਹ ਗੁਰਮੁਖਾਂ ਦੀ ਅਵਸਥਾ ਜਿਹੜੇ ਸਰੀਰ ਤੋਂ ਮੁਕਤ ਹੋ ਜਾਂਦੇ ਨੇ, ਜਿਹਨੂੰ ਕਹਿੰਦੇ ਵਿਦੇਹੀ। ਦੇਹੀ ਦਿਸੇ, ਦੇਹ ਦੇ ਵਿੱਚ ਹੁੰਦਿਆਂ ਵੀ ਉਹ ਦੇਹ ਤੋਂ ਮੁਕਤ ਹੋ ਗਏ ਨੇ। ਉਹਨਾਂ ਹੱਥੇ ਕੋਈ ਵਡੇਪਾ ਕੋਈ ਮਹਿਣਾ ਨਹੀਂ ਰਖਾਉਂਦਾ। ਤੇ ਇਸ ਕਰਕੇ ਇਹ ਜਿਹੜੀ ਮੌਤ ਆ ਇਹ ਇੱਕ ਰੱਬੀ ਬਖਸ਼ਿਸ਼ ਹੈ। ਜਿਸ ਤਰ੍ਹਾਂ ਇੱਕ ਗਲਿਆ ਸੜਿਆ ਲੋਹਾ ਕਵਾੜੀਏ ਫਿਰ ਭੱਠੀ 'ਚ ਪਾ ਕੇ ਉਹਨੂੰ ਗਾਲ ਕੇ ਸ਼ੁੱਧ ਕਰ ਦਿੰਦੇ ਨੇ ਨਾ, ਇਸੇ ਤਰ੍ਹਾਂ ਵਡੇਪਾ ਨੇ ਇਹ ਕਾਇਆ ਨੂੰ ਗਾਲ ਦੇਣਾ ਹੈ, ਸਰੀਰ ਨੂੰ ਖਤਮ ਕਰਕੇ ਰੱਖ ਦੇਣਾ ਇਸ ਕਾਇਆ ਨੂੰ। ਇਹ ਜਦੋਂ ਸਰੀਰ ਹੁਣ ਗਲ ਗਿਆ ਸੜ ਗਿਆ, ਲੋਹੇ ਨੂੰ ਜੰਗ ਲੱਗ ਜੇ ਤੇ ਗਲ ਜਾਂਦਾ, ਫਿਰ ਆਪਾਂ ਉਸ ਨੂੰ ਵਰਤਦੇ ਨਹੀਂ ਨਾ। ਤੇ ਬੁੱਢਾ ਹੋਇਆ ਸਰੀਰ, ਜਿਹਨੂੰ ਬਾਬਾ ਫਰੀਦ ਕਹਿੰਦੇ ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇਹ ਤਾਂ ਖਤਮ ਹੋ ਕਰਤੀ ਬੁੱਢੇ ਨੇ, ਵਡੇਪੇ ਨੇ, ਜਰ ਨੇ। ਕੰਬਣ ਲੱਗੀ ਦੇ ਜੇ ਸੋ ਵਰਿਆਂ, ਜੀਵਣਾ ਪੀ ਤਨ ਹੋਸੀ ਖੇ। ਕਹਿੰਦੇ ਵਡੇਪਾ ਇਹੋ ਜਿਹੀ ਚੀਜ਼ ਆ, ਜਦੋਂ ਇੱਕ ਵਾਰੀ ਆ ਜਾਂਦਾ ਫਿਰ ਅੰਦਰੋਂ 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 ਅੰਦਰ ਇਸ ਨੂੰ ਖਾ ਜਾਂਦਾ, ਕਾਇਆ ਨੂੰ, ਸਰੀਰ ਨੂੰ। ਤੇ ਉਹ ਫਿਰ ਪਰਮੇਸ਼ਰ ਦੀ ਇੱਕ ਲੀਲਾ ਕਿ ਜਦੋਂ ਸਰੀਰ ਵਡੇਪਾ ਇਹਨੂੰ ਖਾ ਜਾਂਦਾ ਹੈ, ਫਿਰ ਇਸ ਨੂੰ ਇੱਕ ਨਵੇਂ ਰੂਪ 'ਚ ਬਦਲ ਦਿੰਦਾ ਹੈ। ਨਵਾਂ ਕਾਇਆ ਜਿਹੜੀ ਆ ਉਹ ਸਾਨੂੰ ਮਿਲ ਜਾਂਦੀ, ਫਿਰ ਦੁਬਾਰਾ ਜਨਮ ਮਿਲ ਜਾਂਦਾ ਹੈ। ਤੇ ਆਓ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਸ਼ਨੀਵਾਰ ਨੂੰ ਜੋਤੀ ਜੋਤ ਸਮਾਉਣ ਦਾ ਪੁਰਬ ਆ ਰਿਹਾ, ਤੇ ਬਹੁਤ ਸੰਗਤਾਂ ਨੂੰ ਘੱਟ ਪਤਾ ਵੀ ਕਦੋਂ ਜੋਤੀ ਜੋਤ ਸਮਾਉਣ ਦਾ ਪੁਰਬ ਆਉਂਦਾ। ਤੇ ਦੂਸਰਾ ਇਹ ਆ ਵੀ ਇਤਿਹਾਸ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਇਹਨਾਂ ਦੋਵਾਂ ਗੁਰੂ ਵਿਅਕਤੀਆਂ ਦਾ ਜਿਹੜਾ ਅੰਤਮ ਸਮਾਂ ਹੈ, ਜੋਤੀ ਜੋਤ ਸਮਾਉਣ ਦਾ ਜਿਹੜਾ ਸਮਾਂ ਹੈ, ਉੱਤੇ ਇਤਿਹਾਸ ਨੇ ਬਹੁਤ ਭੁਲੇਖੇ ਪਾਏ ਨੇ। ਥੋੜੇ ਨਹੀਂ, ਬਹੁਤੇ। ਜਨਮ ਸਾਖੀ ਵਿੱਚ ਵੀ ਗੁਰੂ ਨਾਨਕ ਸਾਹਿਬ ਦੇ ਬਾਰੇ ਬਹੁਤ ਭੁਲੇਖੇ ਪਾਏ ਗਏ ਨੇ। ਤੇ ਰਹਿੰਦੀ ਕਸਰ ਜਿਹੜੀ ਆ ਉਹ ਕਵੀ ਸੰਤੋਖ ਸਿੰਘ ਨੇ ਕੱਢ ਛੱਡੀ ਹੈ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਨੂੰ ਪੁਰਬ ਨੂੰ ਲੈ ਕੇ ਬੜੇ ਭੁਲੇਖੇ ਪਾਏ ਗਏ ਨੇ। ਉਹ ਭੁਲੇਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਾਏ ਗਏ ਨੇ, ਤਾਂ ਕਿ ਸਿੱਖ ਜਿਹੜਾ ਉਹ ਆਪਣੇ ਗੁਰੂ ਕੋ ਗਵਾਹੀ ਨਾ ਲੈ ਸਕੇ। ਤੇ ਆਓ ਭਾਈ ਗੁਰਦਾਸ ਆਪਾਂ ਚੱਲੀਏ ਉਸੇ ਕਰਤਾਰਪੁਰ ਸਾਹਿਬ ਦੀ ਧਰਤੀ ਨੂੰ, ਜਿੱਥੇ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ। ਅੱਸੂ ਵਧੀ 10 ਨੂੰ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ। ਤੇ ਇਤਿਹਾਸ ਦੱਸਦਾ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕੋਈ 3 ਮਹੀਨੇ ਕੋਈ 4 ਮਹੀਨੇ ਲਿਖਦਾ ਕਿ ਪਹਿਲਾਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ 4 ਮਹੀਨੇ ਗੁਰਿਆਈ ਦੀ ਰਸਮ ਜਿਹੜੀ ਆ ਉਹ ਥਾਪਿਆ ਲੈਣਾ ਜੀਮ ਦੇ। ਭਾਈ ਗੁਰਦਾਸ ਜੀ ਨੇ ਜਿਹੜੀ ਵਾਰ ਲਿਖੀ ਹੈ ਨਾ ਕਿ ਇਜਾਰਤ ਕਰ ਮੁਲਤਾਨ ਦੀ, ਫਿਰ ਕਰਤਾਰਪੁਰੇ ਨੂੰ ਆਇਆ। ਆਖਰੀ ਸਮਾਂ ਜਿਹੜਾ ਗੁਰੂ ਨਾਨਕ ਸਾਹਿਬ ਨੇ 18 ਸਾਲ ਜ਼ਿੰਦਗੀ ਦੇ ਉਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਜ਼ਾਰੇ ਨੇ। ਪਰ ਇੱਥੇ ਰਹਿੰਦਿਆਂ ਹੋਇਆਂ ਵੀ ਉਹ ਅੱਗੇ ਪਿੱਛੇ ਜਾ ਕੇ ਸਿੱਖੀ ਦਾ ਪ੍ਰਚਾਰ ਪਿੰਡਾਂ 'ਚ ਜਾ ਕੇ ਕਰਦੇ ਰਹੇ। ਤੇ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਚੱਲ ਬਟਾਲੇ ਆਈ। ਅਚਲ ਦੇ ਮੇਲੇ ਤੋਂ ਭਾਈ ਗੁਰਦਾਸ ਜੀ ਕਹਿੰਦੇ ਨੇ, ਮੇਲਿਓਂ ਬਾਬਾ ਉੱਠਿਆ ਮੁਲਤਾਨੇ ਦੀ ਜਾਰਤ ਜਾਈ। ਅਚਲ ਸਾਹਿਬ ਤੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਸਿੱਧੇ ਹੀ ਮੁਲਤਾਨ ਨੂੰ ਤੁਰ ਜਾਂਦੇ ਨੇ। ਤੇ ਉਹ ਸਾਖੀ ਆ, ਉਹਦੇ ਆਪਾਂ ਉਸ ਪਾਸੇ ਨਹੀਂ ਜਾਣਾ ਕਿ
ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ, ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਲਾਈ। ਤੇ ਭਾਈ ਗੁਰਦਾਸ ਜੀ ਲਿਖਦੇ ਨੇ, ਜਾਰਤ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ। ਯਾਤਰਾ ਕਰਕੇ ਗੁਰੂ ਨਾਨਕ ਸਾਹਿਬ ਮੁਲਤਾਨ ਤੋਂ ਫਿਰ ਕਰਤਾਰਪੁਰੇ ਨੂੰ ਫਿਰ ਵਾਪਸ ਆ ਜਾਂਦੇ ਨੇ। ਇੱਥੇ ਸ਼੍ਰੀ ਲਹਿਣਾ ਜੀ, ਬਾਬਾ ਬੁੱਢਾ ਜੀ, ਭਾਈ ਸਧਾਰਨ ਜੀ ਤੇ ਹੋਰ ਸਿੱਖ ਸੰਗਤਾਂ ਧਰਮਸ਼ਾਲਾ ਨੂੰ ਚਲਾਉਂਦੀਆਂ ਨੇ ਤੇ ਰੱਬ ਰੱਬ ਜਪ ਰਹੇ ਨੇ ਬੈਠੇ ਹੋਏ। ਅੱਜ ਤੇ ਸਾਡੀਆਂ ਧਰਮਸ਼ਾਲਾ ਝਗੜੇ ਦਾ ਕਾਰਨ ਬਣ ਗਈਆਂ ਨੇ। ਕੋਈ ਕਹਿੰਦਾ ਆਹ ਗ੍ਰੰਥ ਦੀ ਮੈਂ ਕਥਾ ਕਰਾਉਣੀ, ਦੂਜਾ ਕਹਿੰਦਾ ਮੈਂ ਇਸ ਗ੍ਰੰਥ ਦੀ ਕਥਾ ਕਰਾਉਣੀ। ਉਹ ਜਿਹੜੀਆਂ ਕਮੇਟੀਆਂ ਗੁਰਦੁਆਰੇ ਦਾ ਬਾਲਣ ਵੇਚ ਜਾਣ, ਆਟਾ ਵੇਚ ਜਾਣ, ਦਾਲਾਂ ਵੇਚ ਜਾਣ, ਹਾਂਜੀ, ਗੋਲਕਾਂ ਤੋਂ ਪੈਸਾ ਚੋਰੀ ਕਰਕੇ ਰਸੀਦਾਂ ਬਣਾ ਲੈਣ ਤੇ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੀ ਚੋਰੀ ਵੇਚ ਦੇਣ, ਇਹਨਾਂ ਲੋਕਾਂ ਦਾ ਕੀ ਮਾਨ ਹੈ ਜੋ ਮਰਜ਼ੀ ਕਰ ਲੈਣ। ਇਹ ਜਿਹੜੇ ਮਰਜ਼ੀ ਗ੍ਰੰਥ ਦੀ ਕਥਾ ਕਰੀ ਜਾਣ, ਜਿਹੜਾ ਗੁਰੂ ਘਰ ਦਾ ਬਾਲਣ ਹੀ ਵੇਚ ਗਏ, ਆਟਾ ਹੀ ਵੇਚ ਗਏ, ਦਾਲਾਂ ਹੀ ਵੇਚ ਗਏ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੀ ਚੋਰੀ ਵੇਚ ਗਏ, ਇਹੋ ਜਿਹੀਆਂ ਕਮੇਟੀਆਂ ਜਿਹੜੇ ਮਰਜ਼ੀ ਗ੍ਰੰਥ ਦੀ ਕਥਾ ਕਰੀ ਜਾਣ, ਇਹਨਾਂ ਕੋਲ ਧਰਮ ਥੋੜ੍ਹਾ ਕੋ ਹੈਗਾ ਲੋਕਾਂ ਕੋਲ। ਤੇ ਸਾਨੂੰ ਇਹ ਲੜਾ ਕੇ ਮਰਵਾ ਰਹੇ ਨੇ, ਧੜੇ ਬੰਦੀਆਂ ਖੜੀਆਂ ਕਰ ਰਹੇ ਨੇ। ਖੈਰ, ਤੇ ਜਾਰਤ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਇਆ। ਚੜੇ ਸਵਾਈ ਦੇ ਦਹੀ ਕਲਯੁਗ ਨਾਨਕ ਨਾਮ ਤੇ ਆਇਆ। ਉਹ ਇਸ ਕਲਯੁਗ ਦੇ ਵਿੱਚ ਜਿਹੜੇ ਗੁਰੂ ਨਾਨਕ ਦੇ ਨਾਮ ਨਾਲ ਜੁੜ ਗਏ, ਉਹਨਾਂ ਦੀਆਂ ਹਮੇਸ਼ਾ ਚੜ੍ਹਦੀਆਂ ਹੀ ਕਲਾ ਹੁੰਦੀਆਂ ਨੇ। ਜਿਹੜੇ ਸਿੱਖ ਗੁਰੂ ਨਾਨਕ ਦੀ ਬਾਣੀ ਨਾਲ, ਭਾਈ ਗੁਰਦਾਸ ਜੀ ਕਹਿੰਦੇ ਨੇ, ਚੜੇ ਸਵਾਹੀ ਦੇ ਦਹੀ ਕਲਯੁਗ ਨਾਨਕ ਨਾਮ ਤੇ ਆਇਆ। ਜਿਨ੍ਹਾਂ ਨੇ ਕਲਯੁਗ ਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਨਾਮ ਤੇ ਆਇਆ, ਆਸਾ ਦੀ ਵਾਰ ਨਾਲ ਜੁੜ ਗਏ, ਜਿਹੜੇ ਦੁਰਗਾ ਦੀ ਵਾਰ ਨਾਲ ਨਹੀਂ, ਜਿਹੜੀ ਆਸਾ ਦੀ ਵਾਰ ਨਾਲ ਗੁਰੂ ਕੇ ਸਿੱਖ ਜੁੜ ਗਏ ਨੇ। ਪਰੰਪਰਾਵਾਂ ਨੇ ਪੁਰਾਣੀਆਂ ਆਸਾ ਦੀ ਵਾਰ ਦੀਆਂ, ਇਹ ਦੁਰਗਾ ਦੀਆਂ ਵਾਰਾਂ ਇਹਨਾਂ ਲੈਣ ਦੀਆਂ ਵੱਖਰੀ ਗੱਲ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ, ਚੜੇ ਸਵਾਈ ਦੇ ਦਹੀ ਕਲਯੁਗ ਨਾਨਕ ਨਾਮ ਤੇ ਆਇਆ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਮਾਰਨ ਇੱਕ ਨਿਰਮਲ ਰਾਹ ਚਲਾ ਦਿੱਤਾ, ਪੰਥ ਚਲਾ ਦਿੱਤਾ। ਤੇ ਅੱਗੇ ਭਾਈ ਗੁਰਦਾਸ ਜੀ ਲਿਖਦੇ ਨੇ, ਮਾਫ ਕਰਨਾ ਪਹਿਲੀ ਤੁਕ ਸੀ, ਮਿਣ ਨਾਵੇਂ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਸੁਭਾਇਆ। ਤੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਥਾਪਿਆ ਲੈਣਾ ਜੀਵਨ ਦੇ ਗੁਰਿਆਈ ਸ਼ਿਰ ਛਤਰ ਫਰਾਇਆ। ਇਹ ਪਰੰਪਰਾਵਾਂ ਰਹੀਆਂ ਨੇ ਗੁਰੂ ਘਰ ਦੀਆਂ ਵੀ ਜਦੋਂ ਪਹਿਲਾਂ ਗੁਰੂ ਵਿਅਕਤੀ ਸਰੀਰ ਨੂੰ ਸੰਕੋਚਣ ਲੱਗਦਾ ਹੈ, ਜੋਤੀ ਜੋਤ ਸਮਾਉਣ ਲੱਗਦਾ ਹੈ, ਜਾਂ ਤੇ ਉਸ ਤੋਂ ਪਹਿਲਾਂ ਜਿਹੜੀ ਗੁਰਿਆਈ ਆ ਉਹ ਕਿਸੇ ਨੂੰ ਸੌਂਪੀ ਜਾਂਦੀ ਹੈ। ਤੇ ਉਹ ਗੁਰਿਆਈ ਜੀਂਦਿਆਂ ਜੀ ਥਾਪ ਕੇ ਤੇ ਮੱਥਾ ਟੇਕਿਆ ਜਾਂਦਾ। ਅੱਜ ਕੱਲ੍ਹ ਦੇ ਜਿਹੜੇ ਗੁਰੂ ਮਰ ਜਾਂਦੇ ਨੇ, ਉਹਨਾਂ ਦੇ ਬਾਅਦਾਂ ਫਿਰ ਵਸੀਤਾਂ ਪੜ੍ਹੀਆਂ ਜਾਂਦੀਆਂ ਵੀ ਕੌਣ ਇਹਨਾਂ ਦੀ ਜਾਇਦਾਦ ਦਾ ਮਾਲਕ ਹੋਊਗਾ। ਤੇ ਜਾਂ ਤਾਂ ਕਈ ਫਿਰ ਚੇਲੇ ਜਦੋਂ ਗੁਰੂ ਮਰ ਜਾਂਦਾ ਉਹਨੂੰ ਫਰਿੱਜ 'ਚ ਹੀ ਲਾ ਦਿੰਦੇ ਨੇ ਤੇ ਆਪ ਮੌਜਾਂ ਪਏ ਕਰਦੇ ਨੇ, ਪੈਸੇ ਇਕੱਠੇ ਕਰੀ ਜਾਂਦੇ ਨੇ ਵੀ ਗੁਰੂ ਜੀ ਸਮਾਧੀ 'ਚ ਚਲ ਗਏ ਨੇ। ਮਾਰ ਕੇ ਫਰਿੱਜ 'ਚ ਲਾ ਦਿੱਤਾ ਤੇ ਆਂਦੇ ਸਮਾਧੀ 'ਚ ਚਲ ਗਏ ਨੇ। ਨਹੀਂ 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 ਨਹੀਂ, ਇਹੋ ਜਿਹਾ ਕੋਈ ਸਮਾਧੀਆਂ ਨਹੀਂ, ਇਹ ਪਖੰਡਵਾਦ ਹੈ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਥਾਪਿਆ ਲੈਣਾ ਜੀਵਨ ਦੇ, ਆਪਣੇ ਜੀਂਦਿਆਂ ਜੀ ਆਪਣੇ ਥਾਂ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਲੈਣੇ ਨੂੰ ਥਾਪ ਦਿੱਤਾ। ਤੇ ਥਾਪਣਾ ਕਿਸ ਚੀਜ਼ ਦੀ ਸੀ? ਗੁਰਿਆਈ ਸ਼ਿਰ ਛਤਰ ਫਰਾਇਆ। ਉਹ ਗੁਰਿਆਈ ਜਿਹੜੀ ਸੀ, ਗੁਰੂ ਦੀ ਸ਼ਕਤੀ ਜਿਹੜੀ ਕਰਾਮਾਤ ਸੀ, ਜਿਹੜੀ ਗੁਰੂ ਕੋ ਸਾਰੀਆਂ ਲੈਣੇ ਨੂੰ ਦੇ ਦਿੱਤੀਆਂ ਗਈਆਂ। ਥਾਪਿਆ ਲੈਣਾ ਜੀਵ ਦੇ ਗੁਰਿਆਈ ਸ਼ਿਰ ਛਤਰ ਫਰਾਇਆ। ਜੋਤੀ ਜੋਤ ਮਿਲਾਏ ਕੇ ਸਤਿਗੁਰੂ ਨਾਨਕ ਰੂਪ
ਵਟਾਇਆ। ਲੈਣੇ ਨੂੰ ਜਦੋਂ ਥਾਪਣਾ ਦਿੱਤੀ ਆ ਤੇ ਆਖਿਆ ਲੈਣਿਆ ਤੂੰ ਲੈਣਾ ਨਹੀਂ, ਤੂੰ ਮੇਰਾ ਅੰਗ ਵਾਂ, ਇਸ ਕਰਕੇ ਅੱਜ ਤੋਂ ਬਾਅਦ ਤੈਨੂੰ ਅੰਗਦ ਦੇਵ ਜੀ ਕਹਿਣਗੇ। ਜੋਤੀ ਜੋਤ ਮਿਲਾਏ ਕੇ ਸਤਿਗੁਰੂ ਨਾਨਕ ਰੂਪ ਵਟਾਇਆ। ਲੱਖ ਕੋਏ ਨਾ ਸਕਈ ਅਚਰਜੇ ਅਚਰਜ ਮਿਲਾਇਆ। ਕਾਇਆ ਪਲਟ ਸਰੂਪ ਬਣਾਇਆ। ਇਹ ਹੁਣ ਕਿਸੇ ਦੇ ਸਮਝ ਵਿੱਚ ਨਹੀਂ ਆਈ ਬਾਤ। ਇਹ ਹੋਇਆ ਕੀ ਆ, ਕੱਲ ਤੱਕ ਲੈਣਾ ਤਾਂ ਆਪਣਾ ਸੇਵਾਦਾਰ ਸੀ, ਝਾੜੂ ਫੇਰਦਾ ਸੀ, ਚੱਕੀ ਪੀਂਦਾ ਸੀ, ਪਾਣੀ ਢੋਂਦਾ ਸੀ। ਅੱਜ ਲੈਣਾ ਤਖਤ ਤੇ ਬੈਠ ਕੇ ਗੁਰੂ ਕਿਵੇਂ ਬਣ ਗਿਆ? ਭਾਈ ਗੁਰਦਾਸ ਜੀ ਕਹਿੰਦੇ ਲੱਖ ਕੋਏ ਨਾ ਸਕਈ ਅਚਰਜੇ ਅਚਰਜ ਮਿਲਾਇਆ। ਕਾਇਆ ਪਲਟ ਸਰੂਪ ਬਣਾਇਆ। ਉਹ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ 3 ਮਹੀਨੇ ਪਹਿਲਾਂ ਮਹਾਰਾਜ ਇਸ ਮਹੀਨੇ ਵਿੱਚ ਅੱਸੂ ਵਧੀ 10 ਨੂੰ ਸਰੀਰ ਛੱਡਦੇ ਨੇ ਤੇ ਹਾੜ ਮਹੀਨੇ 'ਚ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਗੁਰਿਆਈ ਦੇ ਦਿੰਦੇ ਨੇ ਲਹਿਣਾ ਜੀ ਨੂੰ। ਉੱਦਾਂ ਤਾਂ ਵੈਸੇ ਅਜੇ ਆ ਪਿਛਲੇ ਹਫ਼ਤੇ ਹੀ ਗੁਰਿਆਈ ਪੁਰਬ ਲੰਘਿਆ ਹੈ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ। ਕੋਈ ਕਹਿੰਦੇ 3 ਦਿਨ ਪਹਿਲਾਂ, ਕੋਈ ਕਹਿੰਦੇ 3 ਮਹੀਨੇ ਪਹਿਲਾਂ। ਇਤਿਹਾਸ ਕਈ ਤਰ੍ਹਾਂ ਨਾਲ ਬੋਲ ਰਿਹਾ, ਕਿਸ ਤਰ੍ਹਾਂ ਵੀ ਮੰਨ ਲਓ ਤੁਸੀਂ। ਜੇ ਗੁਰਿਆਈ ਹਾੜ ਮਹੀਨੇ 'ਚ ਦਿੱਤੀ ਹੁੰਦੀ ਤਾਂ ਫਿਰ ਉੱਥੇ ਖਡੂਰ ਸਾਹਿਬ ਗੁਰਿਆਈ ਹਾੜ ਮਹੀਨੇ 'ਚ ਮਨਾਈ ਜਾਣੀ ਸੀ। ਉਹ ਤਾਂ ਜੇ 2 ਦਿਨ ਹੋਏ ਮਨਾਈ ਨੂੰ, 3 ਦਿਨ ਹੋਏ ਖਡੂਰ ਸਾਹਿਬ ਦਾ ਮੇਲਾ। ਬਸ ਅਸੀਂ ਮੇਲਿਆਂ ਤੱਕ ਹੀ ਸੀਮਤ ਰਹਿ ਗਏ। ਪਹਿਲੋਂ ਗੋਂਦਵਾਲ ਦਾ ਮੇਲਾ, ਫਿਰ ਖਡੂਰ ਦਾ ਮੇਲਾ, ਫਿਰ ਚੋਲੇ ਦਾ ਮੇਲਾ, ਕੋਈ ਕਾਹ ਦਾ ਮੇਲਾ। ਮੇਲਿਆਂ 'ਚ ਹੀ ਫਸ ਗਈ ਦੁਨੀਆ। ਤੇ ਆਓ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਆਖਰੀ ਸਮਾਂ ਜਦੋਂ ਆ ਗਿਆ ਤੇ ਲਹਿਣਾ ਜਿਹੜੀ ਸੇਵਾ ਕਰਦਾ ਸੀ ਨਾ ਗੁਰੂ ਨਾਨਕ ਸਾਹਿਬ ਦੀ, ਬਸਤਰ ਧੋਣੇ, ਜਲ ਪਾਣੀ ਛਕਾਉਣਾ, ਧਰਮਸ਼ਾਲਾ ਸਾਫ਼ ਕਰਨੀ, ਉਹ ਜ਼ਿੰਮੇਵਾਰੀ ਭਾਈ ਸਧਾਰਨ ਦੇ ਕੋਲ ਹੈ। ਹਾਲਾਂਕਿ ਬਾਬਾ ਬੁੱਢਾ ਜੀ ਵੀ ਕਰਤਾਰਪੁਰ ਰਹਿ ਰਹੇ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਖੇਮੇ 'ਚ ਬੈਠੇ ਹੋਏ ਨੇ ਤੇ ਭਾਈ ਸਧਾਰਨ ਜੀ ਜਲ ਪਾਣੀ ਲੈ ਕੇ ਗਿਆ ਅੰਦਰ ਮਹਾਰਾਜ ਦੇ। ਗੁਰੂ ਨਾਨਕ ਸਾਹਿਬ ਨੇ ਜਲ ਪਾਣੀ ਛਕਿਆ ਤੇ ਕਹਿਣ ਲੱਗੇ, ਭਾਈ ਸਧਾਰਨ ਸਾਡਾ ਸਮਾਂ ਆ ਗਿਆ, ਅਸੀਂ ਹੁਣ ਜਾਣਾ ਹੈ। ਤੇ ਸਿੱਖ ਸੰਗਤਾਂ ਨੂੰ ਕਹਿ ਦਿਓ ਵੀ ਸਾਡਾ ਸਮਾਂ ਆ ਗਿਆ, ਅਸੀਂ ਹੁਣ ਤੁਰ ਜਾਣਾ ਹੈ। ਤੇ ਇਤਿਹਾਸ ਬੋਲਦਾ ਵੀ ਗੁਰੂ ਨਾਨਕ ਸਾਹਿਬ ਨੇ ਜਾਣ ਤੋਂ ਪਹਿਲਾਂ ਆਖਿਆ ਧਰਮਸ਼ਾਲਾ ਨੂੰ ਰੰਗ ਰੋਗਨ ਕਰੋ। ਮੌਤ ਕੋਈ ਸੋਗ ਨਹੀਂ ਹੈ, ਮੌਤ ਕੋਈ ਮਾੜੀ ਚੀਜ਼ ਨਹੀਂ ਹੈ, ਇਸ ਕਰਕੇ ਖੁਸ਼ੀਆਂ ਮਨਾਓ, ਅੰਤ ਸਮਾਂ ਆ ਰਿਹਾ ਸਾਡਾ। ਉਹ ਜਿਹੜਾ ਅਸੀਂ ਪੜ੍ਹਦੇ ਆ ਨਾ, ਖੈਰ ਉਧਰ ਗੱਲ ਲੰਮੀ ਨਾ ਹੋ ਜੇ। ਉਹ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਡਾ ਸਮਾਂ ਆ ਗਿਆ, ਧਰਮਸ਼ਾਲਾ ਨੂੰ ਰੰਗ ਰੋਗਨ ਕਰੋ, ਧਰਮਸ਼ਾਲਾ ਨੂੰ ਸਜਾਓ। ਜਿੰਦ ਵਹੁਟੀ ਮਰਨ ਵਰਨ ਲੈ ਜਾਸੀ ਪਰਨਾਏ, ਵਿਆਹ ਹੋਣਾ ਹੈ ਤੇ ਵਿਆਹ ਦੇ ਮੌਕੇ ਤੇ ਸੋਗ ਕਿਸ ਬਾਸ ਦਾ? ਵਿਆਹ ਦਾ ਕੋਈ ਸੋਗ ਹੁੰਦਾ ਹੈ? ਮੌਤ ਨੇ ਵਿਆਹ ਕੇ ਖੜਨਾ ਸਾਨੂੰ, ਤੇ ਸੋਗ ਕਿਸ ਬਾਸ ਦਾ ਹੈ? ਧਰਮਸ਼ਾਲਾ ਨੂੰ ਸਜਾਉਣ ਲੱਗ ਪਈਆਂ ਸੰਗਤਾਂ। ਤੇ ਅਖੀਰ ਸਮਾਂ ਜਦੋਂ ਆ ਗਿਆ ਤੇ ਸੰਗਤਾਂ ਉਦਾਸ ਹੋ ਗਈਆਂ ਵੀ ਹੁਣ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਕਾਇਆ ਦਾ ਦਰਸ਼ਨ ਕਰਦਿਆਂ ਠੰਡ ਪੈਂਦੀ ਹੈ, ਏਡੇ ਏਡੇ ਕੀਮਤੀ ਬਚਨ ਜਿਸ ਕਾਇਆ ਵਿੱਚੋਂ ਨਿਕਲਦੇ ਨੇ, ਜਿਸ ਕਾਇਆ ਅੱਗੇ ਮੱਕਾ ਮਦੀਨਾ ਗੜ ਬਗਦਾਦ ਨਵਾਏ ਕੇ ਮੱਕਾ ਮਦੀਨਾ ਸਭ ਨਵਾਇਆ, ਜਿਸ ਕਾਇਆ ਅੱਗੇ ਸਾਰੀ ਦੁਨੀਆ ਝੁਕ ਗਈ, ਉਹ ਕਾਇਆ ਅੱਜ ਧਰਤੀ ਤੋਂ ਅਲੋਪ ਹੋ ਜਾਣੀ ਹੈ। ਇਹ ਭੁਲੇਖਾ ਮੈਂ ਅੱਗੇ ਜਾ ਕੇ ਕੱਢੂੰਗਾ। ਜਿਹੜੇ ਕਹਿੰਦੇ ਗੁਰੂ ਨਾਨਕ ਸਾਹਿਬ ਸਣ ਦੇ ਗਏ ਨੇ ਜਾਂ ਗੁਰੂ ਗੋਬਿੰਦ ਸਿੰਘ ਸਣ ਦੇ ਗਏ ਨੇ, ਇਹ ਇਤਿਹਾਸ ਵਿੱਚ ਝੂਠ ਮਾਰਿਆ ਗਿਆ। ਇਸ ਕਰਕੇ ਉਹ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿ ਜਦੋਂ ਆਖਰੀ ਸਮਾਂ ਆ ਗਿਆ ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਅਸੀਂ ਹੁਣ ਜਾਣਾ ਸੰਸਾਰ ਤੋਂ, ਤੇ ਧਰਮਸ਼ਾਲਾ ਨੂੰ ਰੰਗ ਰੋਗਨ ਕਰੋ। ਤੇ ਭਾਈ ਸਧਾਰਨ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਵੀ ਸੰਗਤਾਂ ਨੂੰ ਦੱਸ ਦਿਓ ਸਾਡਾ ਸਮਾਂ ਆ ਗਿਆ।
ਤੇ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਤੇ ਸੰਗਤਾਂ ਸੋਗ ਵਿੱਚ ਚਲ ਗਈਆਂ। ਸੋਗ ਵਿੱਚ ਚਲ ਗਈਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਜਦੋਂ ਧਰਮਸ਼ਾਲਾ ਤੋਂ ਬਾਹਰ ਨਿਕਲੇ ਤੇ ਸੰਗਤਾਂ ਸੋਗ ਵਿੱਚ ਨੇ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਏਡੀ ਸੁੰਦਰ ਕਾਇਆ, ਏਡਾ ਸਰੂਪ ਤੇ ਇਸ ਧਰਤੀ ਤੋਂ ਅਲੋਪ ਹੋ ਜਾਣਾ। ਜੇ ਕਈ ਪਈ ਸੁਣਨ ਵਿੱਚ ਕੋਈ ਮੁਸ਼ਕਲ ਆ ਰਹੀ ਹੈ ਤਾਂ ਉਹ ਥੋੜ੍ਹਾ ਲਿਖ ਕੇ ਮਾੜਾ ਜਿਹਾ ਦੱਸ ਦਿਓ। ਕੋਈ ਮੁਸ਼ਕਲ ਤਾਂ ਨਹੀਂ ਹੈ ਆਵਾਜ਼ ਦੇ ਵਿੱਚ, ਕੋਈ ਫੋਟੋ ਦੇ ਵਿੱਚ। ਤਾਂ ਭਾਈ ਸਰਜੀਤ ਸਿੰਘ ਹੁਣੇ ਵੀ ਆਏ ਹੋਏ ਨੇ, ਵਿੱਚ ਸੁਣ ਰਹੇ ਨੇ, ਦੱਸ ਦੇਣ। ਉਹ ਖੈਰ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਧਰਮਸ਼ਾਲਾ ਤੋਂ ਆਪਣੇ ਖੇਮੇ 'ਚੋਂ ਬਾਹਰ ਨਿਕਲਦੇ ਨੇ, ਸੰਗਤਾਂ ਉਦਾਸ ਬੈਠੀਆਂ ਹੋਈਆਂ ਨੇ ਵੀ ਅੱਜ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਐਲਾਨ ਕਰ ਦਿੱਤਾ ਵੀ ਸਾਡਾ ਅੰਤਮ ਸਮਾਂ ਆ ਗਿਆ। ਉੱਦਾਂ ਤਾਂ ਕਈ ਬਾਬੇ ਵੀ ਐਲਾਨ ਕਰ ਦਿੰਦੇ ਵੀ ਅਸੀਂ ਪਰਸੋਂ ਤੁਰ ਜਾਣਾ, ਤੇ ਵਾਹਵਾ ਪੈਸੇ ਇਕੱਠੇ ਕਰਕੇ ਫੇਰ ਕਹਿੰਦੇ ਪਰਸੋਂ ਫੇਰ ਐਲਾਨ ਕਰ ਦਿੰਦੇ ਨੇ। ਸੰਗਤਾਂ ਬੜੀਆਂ ਉਦਾਸ ਹੋ ਗਈਆਂ, ਅਸੀਂ ਹੋਰ ਮਹੀਨਾ ਰਹਿਣਾ ਜੀ, ਹੋਰ ਪੈਸਾ ਇਕੱਠਾ ਕਰ ਲੈਂਦੇ ਨੇ ਨਿਭਾਨਿਆਂ ਨਾਲ। ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਸੰਗਤਾਂ ਨੂੰ ਵੇਖਿਆ, ਸੰਗਤਾਂ ਉਦਾਸ ਹੋ ਗਈਆਂ ਤੇ ਗੁਰੂ ਨਾਨਕ ਸਾਹਿਬ ਬੈਠੇ ਹੋਏ ਨੇ, ਭਾਈ ਸਧਾਰਨ ਜੀ ਬੈਠੇ ਹੋਏ ਨੇ, ਬਾਬਾ ਬੁੱਢਾ ਜੀ ਬੈਠੇ ਹੋਏ ਨੇ, ਸਿੰਘ ਸੰਗਤਾਂ ਬੈਠੀਆਂ ਹੋਈਆਂ ਤੇ ਮਹਾਰਾਜ ਕਹਿੰਦੇ ਭਾਈ ਅੱਜ ਚਿਹਰੇ ਉੱਤੇ ਉਦਾਸੀ ਨਹੀਂ ਹੈ, ਕੀ ਕਾਰਨ ਹੈ? ਕਹਿਣ ਲੱਗੇ ਮਹਾਰਾਜ ਤੁਸੀਂ ਸਰੀਰ ਛੱਡ ਚੱਲੇ ਹੋ, ਐਡੀ ਵੱਡੀ ਸੁੰਦਰ ਕਾਇਆ ਤੁਹਾਡਾ, ਐਡਾ ਸੁੰਦਰ ਸਰੂਪ ਤੁਹਾਡਾ, ਜਿਸ ਕਾਇਆ ਅੱਗੇ ਸਾਰੇ ਕੁਛ ਗੜ ਬਗਦਾਦ ਨਵਾਏ ਕੇ ਮੱਕਾ ਮਦੀਨਾ ਸਭ ਨਵਾਇਆ, ਉਹ ਅੱਜ ਸੁੰਦਰ ਕਾਇਆ ਇਹ ਸਰੀਰ ਇਹ ਧਰਤੀ ਤੋਂ ਅਲੋਪ ਹੋ ਚੱਲੀ ਹੈ। ਤੇ ਐਡੇ ਕੀਮਤੀ ਬਚਨ ਕੌਣ ਸੁਣਾਊ ਸਾਨੂੰ? ਤੁਹਾਡਾ ਦਰਸ਼ਨ ਕਿੱਥੋਂ ਹੋਊ ਮੁੜ ਕੇ? ਅਸੀਂ ਤੇ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਜੀਂਦੇ ਨਹੀਂ ਹੈ, ਤੇ ਤੁਸੀਂ ਕਹਿੰਦੇ ਵੀ ਸਾਡਾ ਸਮਾਂ ਆ ਗਿਆ, ਅਸੀਂ ਤੁਰ ਜਾਣਾ ਹੈ, ਇਹ ਕਿਸ ਤਰ੍ਹਾਂ ਹੋਊਗਾ? ਉੱਥੇ ਕਵੀ ਸੰਤੋਖ ਸਿੰਘ ਨੇ ਲਿਖਿਆ, ਗੁਰੂ ਨਾਨਕ ਸਾਹਿਬ ਨੇ ਜਿਹੜਾ ਉਪਦੇਸ਼ ਦਿੱਤਾ ਨਾ ਸੰਗਤਾਂ ਨੂੰ, ਤੇ ਮਹਾਰਾਜ ਨੇ ਕਿਹਾ ਤਨ ਸਨੇ ਸਭ ਝੂਠੋ ਜਾਨੋ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੁਸੀਂ ਮੇਰੇ ਸਰੀਰ ਨਾਲ ਜੁੜੇ ਹੋਏ ਸੀ। ਠੀਕ ਹੈ ਭਾਈ, ਕਹਿੰਦੇ ਸਹੀ ਆ। ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਮੇਰੇ ਸਰੀਰ ਨਾਲ ਜੁੜੇ ਹੋਏ ਸੀ, ਤੇ ਸਰੀਰ ਤਾਂ ਗੁਰੂ ਹੁੰਦਾ ਹੀ ਨਹੀਂਗਾ, ਤੇ ਤੁਸੀਂ ਮੈਨੂੰ ਤੁਸੀਂ ਸਰੀਰ ਕਰਕੇ ਗੁਰੂ ਮੰਨਦੇ ਸੀ। ਮਹਾਰਾਜ ਕਹਿੰਦੇ ਤਨ ਸਨੇਹ ਸਭ ਝੂਠੋ ਜਾਨੋ, ਕਿਉਂ ਬਖਾ ਦੇ ਦੋ ਮਨ ਠਾਨੋ। ਮਹਾਰਾਜ ਕਹਿੰਦੇ ਅੱਜ ਮੇਰਾ ਸਰੀਰ ਅਲੋਪ ਹੋਣ ਲੱਗਾ ਹੈ, ਮੈਂ ਸਰੀਰ ਕਰਕੇ ਚੱਲਿਆ ਸਿੱਖੋ, ਤੇ ਸਰੀਰ ਦੇ ਨਾਲ ਮੈਂ ਤੁਹਾਨੂੰ ਜੋੜਿਆ ਨਹੀਂ ਸਾਰੀ ਜ਼ਿੰਦਗੀ, ਤੇ ਨਾ ਮੈਂ ਤੁਹਾਨੂੰ ਕਹੂੰਗਾ ਵੀ ਤੁਸੀਂ ਸਰੀਰਾਂ ਦੇ ਨਾਲ ਜੁੜੋ। ਅੱਜ ਫਿਰ ਕੁਝ ਸੰਪਰਦਾਈ ਲੋਕ ਜਿਹੜੇ ਕਹਿ ਰਹੇ ਨੇ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ 10 ਗੁਰੂ ਸਰੀਰ ਹੀ ਤੇ ਹੋਏ ਨੇ। ਠੀਕ ਆ ਭਾਈ, ਉਹ ਸਰੀਰ ਹੋਏ ਨੇ, ਪਰ ਉਹ ਸਾਨੂੰ ਸਰੀਰਾਂ ਨਾਲ ਜੋੜਦੇ ਨਹੀਂ ਸੀ, ਉਹ ਸਰੀਰਾਂ ਦੇ ਚੱਕਰ 'ਚ ਨਹੀਂ ਸੀ ਪਾਉਂਦੇ। ਹਾਂ ਸਰੀਰ ਸੀ, ਉਹ ਗੁਰੂ ਨਾਨਕ ਸਾਹਿਬ ਦਾ ਸਰੀਰ ਸੀ, ਪਰ ਸਰੀਰ ਵਿੱਚ ਹੁੰਦਿਆਂ ਵੀ ਉਹ ਕਹਿੰਦੇ ਭਾਈ ਇਹ ਬਿਨਸਨਹਾਰ ਹੈ, ਮੇਰੇ ਸਰੀਰ ਨਾਲ ਨਾ ਜੁੜਿਓ ਜੇ। ਮਹਾਰਾਜ ਕਹਿੰਦੇ ਤਨ ਸਨੇਹ ਸਭ ਝੂਠੋ ਜਾਨੋ, ਕਿਉਂ ਬਖਾ ਦੇ ਤੋ ਮਨ ਠਾਨੋ। ਤੁਸੀਂ ਕਿਉਂ ਦੁਖੀ ਹੋ ਗਏ ਹੋ? ਮੇਰਾ ਸਰੀਰ ਅਲੋਪ ਹੋਣ ਲੱਗਾ ਤੇ ਮੈਂ ਤੁਹਾਨੂੰ ਸਰੀਰ ਨਾਲ ਥੋੜਾ ਕੁ ਜੋੜ ਕੇ ਚੱਲਿਆ ਵਾਂ। ਤਨ ਸਨੇਹ ਸਭ ਝੂਠੋ ਜਾਨੋ, ਕਿਉਂ ਬਖਾ ਦੇ ਤੋ ਮਨ ਠਾਨੋ। ਅਗਲਾ ਬਚਨ ਸੀ ਗੁਰੂ ਨਾਨਕ ਸਾਹਿਬ ਦਾ, ਦੇ ਮਿਲਣ ਵਿਸ਼ਰਨ ਇਸ ਭਾਤੀ। ਕਹਿੰਦੇ ਜਿਹੜਾ ਸਰੀਰ ਮਿਲਦਾ ਨਾ, ਭਾਵੇਂ ਕਿਸੇ ਪੀਰ ਨੂੰ ਮਿਲਦਾ, ਪੈਗੰਬਰ ਨੂੰ ਮਿਲਦਾ, ਕਿਸੇ ਵੀ ਜੋਗੀ ਜਤੀ ਗ੍ਰਸਤੀ, ਕਿਸੇ ਨੂੰ ਜਿਹੜਾ ਸਰੀਰ ਮਿਲਦਾ ਵਾ ਨਾ ਭਾਈ, ਇਹ ਸਰੀਰ ਨਹੀਂ ਰਹਿੰਦਾ। ਦੇ ਮਿਲਣ ਵਿਸ਼ਰਨ ਇਸ ਭਾਤੀ, ਹੋਏ ਪ੍ਰਭਾਤ ਪੁਨ ਆਵੇ ਰਾਤੀ। ਕਿਸੇ ਵੀ ਪੈਗੰਬਰ ਦਾ ਸਰੀਰ ਨਹੀਂ ਰਹਿਣਾ। ਤੇ ਸੰਗਤਾਂ ਆਖਣ ਲੱਗੀਆਂ ਮਾਰ ਫਿਰ ਹੁਣ ਅਸੀਂ ਗਾਂ ਕਿੱਦਾਂ ਜੁੜਾਂਗੇ ਤੁਹਾਡੇ ਨਾਲ? ਤੇ ਮਹਾਰਾਜ ਕਹਿੰਦੇ ਨੇ ਜੋ ਨਰ ਰਹੇ ਸ਼ਬਦ ਕੇ ਸੰਗਾ, ਜਿਹੜਾ ਬੰਦਾ ਸ਼ਬਦ ਨਾਲ ਜੁੜ ਕੇ ਰਹੂਗਾ। ਮੈਂ ਜੀਂਦਿਆਂ ਜੀ ਤੁਹਾਨੂੰ ਸ਼ਬਦ ਨਾਲ ਜੋੜਿਆ, ਮੈਂ ਤੁਹਾਨੂੰ ਆਪਣੇ ਆਪ ਨਾਲ ਨਹੀਂ ਜੋੜਿਆ। ਜਦੋਂ ਸਿੱਧ ਵੀ ਪੁੱਛਦੇ ਨੇ ਬਾਬਾ ਜੀ ਤੁਹਾਡਾ ਗੁਰੂ ਕੌਣ ਹੈ, ਕਿਹੜੇ ਗੁਰੂ ਨੂੰ ਮੰਨਣਾ ਚਾਹੀਦਾ? ਸਾਹਿਬ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੋਲਾ ਤੇ ਚੇਲਾ।
ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਪਸ਼ਟ ਕਹਿ ਦਿੱਤਾ, ਬਾਣੀ ਗੁਰੂ, ਗੁਰੂ ਹੈ ਬਾਣੀ। ਫਿਰ ਆ 12ਵਾਂ 13ਵਾਂ 14ਵਾਂ ਗੁਰੂਆਂ ਦੀਆਂ ਅਰਦਾਸਾਂ ਕਿਉਂ ਲਾਪੀਆਂ ਗੁਰੂ ਕੇ ਘਰਾਂ ਦੇ ਵਿੱਚ? ਹੋਰ ਤੇ ਬਿਬਦੀਆਂ ਸਾਨੂੰ ਬੜੀਆਂ ਦਿਖਦੀਆਂ ਵੀ ਗੁੜਕੇ ਦੀ ਬਿਬਦੀ ਹੋ ਗਈ ਆ ਉੱਥੇ ਜੀ, ਗੁੜਕਾ ਪਾੜ ਦਿੱਤਾ, ਬਿਬਦੀ ਹੋ ਗਈ ਆ ਜਿਸ ਰੂਪ ਦੀ। ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੋਈ 12ਵਾਂ 13ਵਾਂ ਗੁਰੂਆਂ ਦੀ ਅਰਦਾਸਾਂ ਪਏ ਕਰਦੇ ਹੋਣ, ਬੰਦਿਆਂ ਨੂੰ ਗੁਰੂ ਪਏ ਕਹਿੰਦੇ ਹੋਣ, ਤੇ ਤੁਹਾਨੂੰ ਇਹ ਬਿਬਦੀ ਦਿਖਦੀ ਨਾ ਹੋਵੇ, ਇਹਦਾ ਮਤਲਬ ਤੁਸੀਂ ਵੀ ਕੋਈ ਮੌਕਾ ਪ੍ਰਸਤ ਬੰਦੇ ਹੋ। ਜਿੱਥੋਂ ਤੁਹਾਨੂੰ ਪਤਾ ਲੱਗ ਜੇ ਵੀ ਅੱਗੇ ਵੀ ਕੁਛ ਹੈਗਾ ਤੇ ਉੱਥੇ ਤੁਸੀਂ ਜਾਂਦੇ ਨਹੀਂ ਹੋ। ਤੇ ਜਿਹੜਾ ਕੋਈ ਗਰੀਬ ਮਾਤੜ ਹੁੰਦਾ ਉੱਥੇ ਤੁਸੀਂ ਚੜ੍ਹਾਈਆਂ ਕਰਕੇ ਜਾਂਦੇ ਹੋ। ਇਹ ਧਰਮ ਦੇ ਵਿੱਚ ਕੁਝ ਵਿਅਕਤੀ ਹੁੰਦੇ ਨੇ ਜਿਹੜਾ ਗੁੰਡਾਗਰਦੀਆਂ ਕਰਦੇ ਨੇ ਡਾਂਗਾ ਫੜ ਕੇ। ਧਰਮ ਵਿੱਚ ਡੰਡਾ ਪ੍ਰਵਾਨ ਨਹੀਂ ਹੈ, ਇਹ ਗੁੰਡੇਗਰਦੀਆਂ ਕਰਦੇ ਨੇ। ਆ ਦਿੱਲੀ ਪਤਾ ਸੀ ਵੀ ਉੱਥੇ ਵਿਰੋਧਤਾ ਹੋਣੀ ਆ, ਤੇ ਇਥੋਂ ਡੰਡੇ ਲੈ ਕੇ ਗਏ ਪੰਜਾਬ ਤੋਂ ਵੀ ਡੰਡਿਆਂ ਨਾਲ ਲੋਕਾਂ ਨੂੰ ਅਸੀਂ ਭੰਨਾਂਗੇ ਜੇ ਕੋਈ ਸਾਡੀ ਵਿਰੋਧਤਾ ਕਰਨ ਆਊਗਾ। ਇਹ ਧਰਮ ਦੇ ਨਾਂ ਤੇ ਗੁੰਡਾਗਰਦੀ ਹੁੰਦੀ ਹੈ। ਸਭ ਕਹਿੰਦੇ ਨੇ ਜੋ ਨਰ ਰਹੇ ਸ਼ਬਦ ਕੇ ਸੰਗਾ, ਜਿਹੜਾ ਮਨੁੱਖ ਗੁਰੂ ਨਾਨਕ ਸਾਹਿਬ ਕਹਿੰਦੇ ਸ਼ਬਦ ਨਾਲ ਜੁੜਿਆ ਰਹੂਗਾ, ਰਹੇ ਸਦੀਵ ਰਾਜ ਤੇ ਰੰਗਾ, ਸਦਾ ਹੀ ਜਿਹੜਾ ਸ਼ਬਦ ਦੇ ਨਾਲ ਜੁੜਿਆ ਰਹੂਗਾ ਉਹਨੂੰ ਸ਼ਬਦ ਦਾ ਰੰਗ ਲੱਗਾ ਰਹੂਗਾ। ਤੇ ਨੇ ਬਿਸਰੇ ਬੌਰ ਕਦਾਹੀ, ਕਹਿਣ ਲੱਗੇ ਜਿਹੜਾ ਮੈਂ ਜਪਜੀ ਸਾਹਿਬ ਲਿਖ ਕੇ ਦੇ ਗਿਆ ਨਾ ਤੁਹਾਨੂੰ, ਜਿਹੜੀ ਮੈਂ ਆਸਾ ਦੀ ਵਾਰ ਲਿਖੀ ਹੋਈ ਹੈ, ਜਿਹੜਾ ਇਸ ਨਾਲ ਜੁੜੇਗਾ, ਦੁਰਗਾ ਦੀ ਵਾਰ ਨਾਲ ਨਹੀਂ, ਆਸਾ ਦੀ ਵਾਰ ਨਾਲ। ਗੁਰੂ ਘਰ ਵਿੱਚ ਦੁਰਗਾ ਦੀ ਵਾਰ ਪ੍ਰਵਾਨ ਨਹੀਂ ਹੈ, ਆਸਾ ਦੀ ਵਾਰ ਪ੍ਰਵਾਨ ਹੈ। ਸੋਦਰ ਆਰਤੀ ਗਾਵੀ ਅੰਮ੍ਰਿਤ ਵੇਲੇ ਜਾਪ ਉਚਾਰਾ। ਤੇ ਮਾਰ ਕਹਿੰਦੇ ਜੋ ਨਰ ਰਹੇ ਸ਼ਬਦ ਕੇ ਸੰਗਾ, ਰਹੇ ਸਦੀਵ ਰਾਜ ਤੇ ਰੰਗਾ, ਤੇ ਨੇ ਵਿਚਰੇ ਬੌਰ ਕਧਾਈ। ਮਾਰ ਕਹਿੰਦੇ ਉਹ ਬੰਦਾ ਜਿਹੜਾ ਜਪਜੀ ਸਾਹਿਬ ਨਾਲ ਜੁੜ ਗਿਆ ਨਾ, ਗੁਰੂ ਨਾਨਕ ਸਾਹਿਬ ਕਰਤਾਰਪੁਰ ਉਪਦੇਸ਼ ਦੇ ਰਹੇ ਨੇ ਸੰਗਤਾਂ ਨੂੰ ਵੀ ਜਿਹੜਾ ਬੰਦਾ ਜਪਜੀ ਸਾਹਿਬ ਨਾਲ ਜੁੜ ਗਿਆ, ਸਰੀਰ ਨਾਲ ਜੁੜੋਗੇ, ਮੇਰਾ ਸਰੀਰ ਤਾਂ ਚੱਲਿਆ, ਸਰੀਰ ਤਾਂ ਬੁੱਢਾ ਹੋ ਗਿਆ, ਸਰੀਰ ਤਾਂ ਖਤਮ ਹੋ ਜਾਣਾ, ਤੇ ਮੁੜ ਕੇ ਕੀ ਕਰੋਗੇ ਤੁਸੀਂ? ਜਿਹੜਾ ਬੰਦਾ ਸਰੀਰ ਨੂੰ ਗੁਰੂ ਮੰਨਦਾ, ਉੱਤੇ ਪਤਾ ਨਹੀਂ ਕਿਹੜੇ ਵੇਲੇ ਉਹਦੇ ਪ੍ਰਾਣ ਨਿਕਲ ਜਾਣ ਥੇ, ਦਾ ਮਤਲਬ ਉਹਦਾ ਗੁਰੂ ਮਰ ਗਿਆ। ਤੇ ਜਿਸ ਦਾ ਗੁਰੂ ਮਰ ਗਿਆ ਤੇ ਚੇਲਾ ਉਹ ਕੀ ਕਰੂਗਾ? ਨਾ ਨਾ ਨਾ, ਵੱਡੀ ਸਿਆਣਪ ਆ ਭਾਈ। ਮੈਂ ਕੱਲ ਵੀ ਇੱਕ ਲਿਖ ਕੇ ਕਿਸੇ ਨੂੰ ਕਮੈਂਟ ਕੀਤਾ ਸੀ, ਕਾਲਯੁਗ ਦੀ ਇੱਕ ਵੱਡੀ ਨਿਸ਼ਾਨੀ ਗੁਰੂ ਕੀ ਬਾਣੀ 'ਚ ਲਿਖੀ ਆ। ਨਿਸ਼ਾਨੀਆਂ ਤੇ ਬੜੀਆਂ ਲਿਖੀਆਂ ਕਾਲਯੁਗ ਦੀਆਂ, ਪਰ ਵੱਡੀ ਨਿਸ਼ਾਨੀ ਕਾਲਯੁਗ ਦੀ ਮਹਾਰਾਜ ਨੇ ਲਿਖੀ ਆ ਵੀ ਸ਼ਾਸਤਰ ਵੇਦ ਨ ਮਾਨੇ ਕੋਏ। ਕਾਲਯੁਗ ਦੇ ਇੱਕ ਵੱਡਾ ਪਾਪ ਹੋਊਗਾ ਧਰਤੀ ਉੱਤੇ, ਲੋਕੀ ਧਰਮ ਗ੍ਰੰਥ ਨਹੀਂ ਮੰਨਣਗੇ ਤੇ ਬੰਦਿਆਂ ਨੂੰ ਮੰਨਣਗੇ। ਸ਼ਾਸਤਰ ਵੇਦ ਨ ਮਾਨੇ ਕੋਏ, ਆਪੋ ਆਪੇ ਪੂਜਾ ਹੋਏ। ਇਹ ਸਭ ਤੋਂ ਵੱਡਾ ਗੁਨਾਹ ਹੈ, ਵੱਡਾ ਪਾਪ ਹੈ, ਧਰਮ ਗ੍ਰੰਥ ਨੂੰ ਨਾ ਮੰਨਣਾ ਤੇ ਕਿਸੇ ਬੰਦੇ ਨੂੰ ਮੰਨਣਾ। ਆ ਵੇਖ ਲਓ ਹੁਣ ਤੁਸੀਂ, ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਆਉਣਾ, ਬਰਸ਼ੀ ਆਉਣੀ ਆ 12 ਤਰੀਕ ਨੂੰ ਸ਼ਨੀਵਾਰ। ਇੱਕ ਸਿੱਖ ਵੀ ਡੇਰਾ ਬਾਬਾ ਨਾਨਕ ਨਹੀਂ ਜਾਣਾ। ਜਿੱਦਣ ਗੁਰੂ ਨਾਨਕ ਸਾਹਿਬ ਦੀ ਬਰਸ਼ੀ ਹੋਣੀ ਆ ਨਾ, ਇੱਕ ਸਿੱਖ ਨੇ ਵੀ ਉੱਥੇ ਨਹੀਂ ਜਾਣਾ, ਉਸ ਸਥਾਨ ਤੇ ਜਿੱਥੇ ਬਾਬਾ ਜੀ ਦਾ ਅੰਤਮ ਸੰਸਕਾਰ ਹੋਇਆ। ਤੇ ਜਿੱਦਣ ਬਾਬੇ ਦੀਆਂ ਬਰਸ਼ੀਆਂ ਹੁੰਦੀਆਂ, ਸੜਕਾਂ ਭਰੀਆਂ ਜਾਂਦੀਆਂ ਟਰਾਲੀਆਂ। ਇਹ ਸਿੱਖ ਕੌਮ ਦਾ ਪਤਨ ਹੋ ਚੁੱਕਾ ਹੈ, ਆਪਣੇ ਗੁਰੂ ਤੋਂ ਬੇਮੁਖ ਹੋ ਚੁੱਕਾ ਹੈ। ਇਹ ਕਲਯੁਗ ਦੀ ਨਿਸ਼ਾਨੀ ਦੱਸੀ ਮਹਾਰਾਜ ਨੇ। ਕਹਿਣ ਲੱਗੇ ਸ਼ਾਸਤਰ ਵੇਦ ਨਾ ਮਾਨੇ ਕੋਏ, ਆਪੋ ਆਪੇ ਪੂਜਾ ਹੋਏ। ਇਹ ਅੱਗੇ ਚੱਲ ਕੇ ਆਪਾਂ ਗੱਲ ਕਰ ਲੈਨੇ ਮੁੜ ਕੇ। ਤੇ ਮਾਰ ਕਹਿੰਦੇ ਤੇ ਨਰ ਵਿਛਰੇ ਜੋ ਨਾ ਰਹੇ ਸ਼ਬਦ ਕੇ ਸੰਗਾ, ਰਹੇ ਸਦੀਵ ਰਾਜ ਤੇ ਰੰਗਾ, ਤੇ ਨੇ ਬਿਸਰੇ ਬੌਰ ਕਦਾਹੀ, ਜੋ ਨੀਰੇ ਮੇ ਨੀਰ ਸਮਾਈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿਹੜਾ ਜਪਜੀ ਨਾਲ ਜੁੜ ਗਿਆ, ਆਸਾ ਦੀ ਵਾਰ ਨਾਲ ਜੁੜ ਗਿਆ, ਬਾਣੀ ਨਾਲ ਜੁੜ ਗਿਆ, ਉਹ ਮੁੜ ਕੇ ਸਾਡੇ ਨਾਲੋਂ ਵਿਛੜੇਗਾ ਨਹੀਂ। ਜੋ ਮੁਝ ਮਿਲਣ ਕੀ ਚਾਹੇ,
ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਮੈਨੂੰ ਮਿਲਣ ਵਾਸਤੇ ਦੀ ਇੱਛਾ ਰੱਖਦਾ ਵੀ ਗੁਰੂ ਨਾਨਕ ਸਾਹਿਬ ਦਾ ਮੈਨੂੰ ਦਰਸ਼ਨ ਹੋ ਜੇ, ਗੁਰੂ ਨਾਨਕ ਸਾਹਿਬ ਮੈਨੂੰ ਮਿਲੇ, ਇਤਿਹਾਸਕ ਬਚਨ ਆਏ, ਜੋ ਮੁਝ ਮਿਲਣ ਕੀ ਚਾਹੇ ਬੌਰ ਵਿਛੜਨੋਂ ਭਾਵੇ ਨਾਹੀ। ਉਹ ਮੁੜ ਕੇ ਵਿਛੜਨਾ ਨਹੀਂ ਚਾਹੁੰਦਾ, ਮੈਨੂੰ ਮਿਲਣਾ ਚਾਹੁੰਦਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਦੋ ਕੰਮ ਉਹ ਕਰੇ, ਤੇ ਨਰ ਕਰੇ ਸ਼ਬਦ ਅਭਿਆਸੇ। ਅੰਮ੍ਰਿਤ ਵੇਲੇ ਉੱਠਿਆ ਕਰ ਸਿੱਖਾ, ਅੰਮ੍ਰਿਤ ਵੇਲੇ ਗੁਰੂ ਕੀ ਬਾਣੀ ਦਾ ਪਾਠ ਪਠਨ ਕਰਿਆ ਕਰ, ਜਾਪ ਜਪਿਆ ਕਰ, ਮੂਲ ਮੰਤਰ ਜਪਿਆ ਕਰ, ਆਸਾ ਦੀ ਵਾਰ ਸੁਣਿਆ ਕਰ। ਇਹ ਕੰਮ ਤੈਨੂੰ ਕਰਨਾ ਪੈਣਾ ਸਿੱਖਾ, ਜੇ ਤੂੰ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਤਾਂ। ਤੇ ਨਰ ਕਰੇ ਸ਼ਬਦ ਅਭਿਆਸੇ, ਸ਼ਬਦ ਦਾ ਅਭਿਆਸ ਕਰਨਾ ਹੈ, ਸ਼ਬਦ ਨੂੰ ਲੈ ਕੇ ਝਗੜਾ ਨਹੀਂ ਕਰਨਾ। ਜਿੱਦਾਂ ਸਾਡੇ ਅੱਜ ਕੱਲ੍ਹ ਦੇ ਕੌਮ ਦੇ ਗਿਆਨੀ ਪਏ ਕਰਦੇ ਨੇ, ਆਪੋ ਆਪਣੇ ਮਤ ਦੇ ਮੁਤਾਬਕ ਕਥਾ ਕਰਦੇ ਨੇ ਤੇ ਲੋਕਾਂ ਨੂੰ ਲੜਾਉਂਦੇ, ਝਗੜਿਆਂ ਵਾਲੇ ਪਾਸੇ ਪਾਉਂਦੇ ਨੇ। ਇਹ ਸ਼ਬਦ ਅਭਿਆਸ ਕਰਨ ਵਾਸਤੇ ਸੀ ਭਾਈ। ਤੇ ਨਰ ਕਰੇ ਸ਼ਬਦ ਅਭਿਆਸੇ, ਮੰਨਣ ਨਿਦਪਤ ਨਿਧਿਆਸੇ। ਮਰ ਕਹਿੰਦਾ ਜਿਹੜਾ ਸਿੱਖ ਸ਼ਬਦ ਨੂੰ ਜਪੇਗਾ, ਸ਼ਬਦ ਨੂੰ ਮੰਨੇਗਾ, ਅਭਿਆਸ ਕਰੇਗਾ, ਉਹ ਮਨੁੱਖ ਸਾਡੇ ਨਾਲ ਮਿਲਿਆ ਰਹੇਗਾ, ਉਹਦਾ ਵਿਛੋੜਾ ਨਹੀਂ ਮੁੜ ਕੇ ਹੋਏਗਾ। ਤੇ ਜਿਹੜਾ ਸਾਡੇ ਸਰੀਰ ਨਾਲ ਜੁੜੇਗਾ, ਤੇ ਸਰੀਰ ਤਾਂ ਬਿਲਸਨਹਾਰ ਹੈ। ਇਹ ਉਪਦੇਸ਼ ਦਿੱਤਾ ਸੰਗਤਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ। ਤੇ ਕਹਿਣ ਲੱਗੇ ਭਾਈ ਹੁਣ ਸਾਡਾ ਅੰਤਮ ਸਮਾਂ ਆ ਗਿਆ, ਅਸੀਂ ਇਹ ਫਾਨੀ ਸੰਸਾਰ ਤੋਂ ਕੂਚ ਕਰ ਜਾਣਾ। ਗੁਰੂ ਨਾਨਕ ਸੱਚੇ ਪਾਤਸ਼ਾਹ ਫਿਰ ਇਹ ਫਾਨੀ ਸੰਸਾਰ ਤੋਂ ਕੂਚ ਕਰ ਜਾਂਦੇ ਨੇ। ਜਾਣਾ ਤਾਂ ਸਾਰਿਆਂ ਨੇ ਹੀ ਆ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਸਰੀਰ ਦਾ ਤਿਆਗ ਕਰਕੇ ਇਸ ਫਾਨੀ ਸੰਸਾਰ ਤੋਂ ਤੁਰ ਜਾਂਦੇ ਨੇ। ਹੁਣ ਅੱਗੇ ਜਿਹੜਾ ਮਸਲਾ ਖੜਾ ਹੋਣਾ ਹੈ, ਹੁਣ ਗੁਰੂ ਨਾਨਕ ਸਾਹਿਬ ਜਿਹੜਾ ਇਤਿਹਾਸ ਨੇ ਲਿਖਿਆ ਵੀ ਗੁਰੂ ਨਾਨਕ ਸਾਹਿਬ ਉੱਥੇ ਝਗੜਾ ਖੜਾ ਹੋ ਗਿਆ। ਜਦੋਂ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਆਪਣਾ ਸਰੀਰ ਛੱਡਿਆ ਨਾ, ਤੇ ਇਤਿਹਾਸ ਬੋਲਦਾ ਵੀ ਉੱਥੇ ਝਗੜਾ ਖੜਾ ਹੋ ਗਿਆ। ਹਿੰਦੂ ਕਹਿਣ ਲੱਗੇ ਸਾਡਾ ਗੁਰੂ ਆ, ਤੇ ਮੁਸਲਮਾਨ ਕਹਿਣ ਲੱਗੇ ਸਾਡਾ ਪੀਰ ਵਾ। ਤੇ ਲਿਖਣ ਵਾਲੇ ਨੇ ਇੰਨਾ ਨਹੀਂ ਲਿਖਿਆ ਵੀ ਜਿਹਨੇ ਜਿਹੜਾ 3 ਕਰੋੜ ਸਿੱਖ ਬਣਾਇਆ ਸੀ ਗੁਰੂ ਨਾਨਕ ਸਾਹਿਬ ਨੇ, ਉਹਨਾਂ ਵਿੱਚੋਂ ਇੱਕ ਵੀ ਉੱਥੇ ਨਹੀਂ ਹੈ ਕੋਈ। ਹਿੰਦੂ ਲੜ ਪਏ, ਮੁਸਲਮਾਨ ਲੜ ਪਏ, ਤੇ ਸਿੱਖਾਂ ਦਾ ਜਿਗਰ ਹੀ ਕੋਈ ਨਹੀਂ ਗਾ ਉਹਦੇ ਵਿੱਚ। ਉੱਥੇ ਬਾਬਾ ਬੁੱਢਾ ਜੀ ਨੇ, ਉੱਥੇ ਬਾਬਾ ਸ਼੍ਰੀ ਚੰਦ ਜੀ ਬੈਠੇ ਹੋਏ ਨੇ, ਬਾਬਾ ਲਖਮੀ ਦਾਸ ਬੈਠੇ ਹੋਏ ਨੇ, ਉੱਥੇ ਉਹਨਾਂ ਦੀ ਧਰਮ ਪਤਨੀ ਬੈਠੇ ਹੋਏ ਨੇ, ਉਹਨਾਂ ਦਾ ਜਿਗਰ ਹੀ ਕੋਈ ਨਹੀਂ ਹੈ। ਵੀ ਜਦੋਂ ਗੁਰੂ ਨਾਨਕ ਸਾਹਿਬ ਸਰੀਰ ਛੱਡ ਗਏ ਤੇ ਮੁਸਲਮਾਨ ਤੇ ਹਿੰਦੂ ਝਗੜ ਪਏ। ਉਹ ਕਹਿਣ ਲੱਗੇ ਅਸੀਂ ਦਫਨਾਉਣਾ। ਝਗੜਾ ਕਿਸ ਗੱਲ ਦਾ? ਕਹਿੰਦੇ ਅਸੀਂ ਦਫਨਾਉਣਾ, ਸਾਡਾ ਪੀਰ ਸੀ। ਤੇ ਹਿੰਦੂ ਕਹਿਣ ਲੱਗੇ ਸਾਡਾ ਗੁਰੂ ਸੀ, ਅਸੀਂ ਉਸ ਦਾ ਸੰਸਕਾਰ ਕਰਨਾ ਹੈ। ਵੱਡਾ ਝਗੜਾ ਖੜਾ ਹੋ ਗਿਆ। ਤੇ ਲੰਮੀ ਕਹਾਣੀ ਮੈਂ ਛੋਟੀ ਕਰ ਰਿਹਾ। ਉਹ ਫਿਰ ਜਦੋਂ ਕਹਿੰਦੇ ਨੇ ਮਹਾਰਾਜ ਦਾ ਸਰੀਰ ਜਿਹੜਾ ਸੀ ਇੱਕ ਕਨਾਤ ਵਿੱਚ ਰੱਖਿਆ ਗਿਆ ਸੀ। ਪਹਿਲਾਂ ਗੁਰੂ ਨਾਨਕ ਸਾਹਿਬ ਨੇ ਕਨਾਤ ਜਿਹੜੀ ਸੀ ਲਵਾ ਲਈ ਸੀ। ਇਹ ਝੂਠ ਵਾ, ਇਹੋ ਹੀ ਝੂਠ ਹਜੂਰ ਸਾਹਿਬ ਮਾਰਿਆ ਗਿਆ ਵੀ ਉੱਥੇ ਇੱਕ ਕਨਾਤ ਲਾ ਦਿੱਤੀ ਗਈ, ਉਹਦੇ ਅੰਦਰ ਚੰਦਨ ਦੀ ਚਿਖਾ ਚਿਣ ਦਿੱਤੀ। ਮਹਾਰਾਜ ਘੋੜਾ ਲੈ ਕੇ ਗਏ, ਘੋੜਾ ਤਾਂ ਨੂੰ ਚਲ ਗਿਆ, ਉਹ ਵੀ ਤਾਂ ਨੂੰ ਚਲ ਗਏ। ਇੱਦਾਂ ਕਰਕੇ ਇਹ ਝੂਠ ਬੋਲਿਆ ਗਿਆ, ਇਤਿਹਾਸ ਵਿੱਚ ਲਿਖਿਆ ਗਿਆ। ਕਹਿੰਦੇ ਝਗੜਾ ਖੜਾ ਹੋ ਗਿਆ ਕਰਤਾਰਪੁਰ। ਇੱਕ ਕਹਿੰਦੇ ਅਸੀਂ ਦਫਨਾਉਣਾ, ਇੱਕ ਕਹਿੰਦੇ ਅਸੀਂ ਸੰਸਕਾਰ ਕਰਨਾ ਹੈ। ਤੇ ਕਹਿੰਦੇ ਜਦੋਂ ਮੁੜ ਕੇ ਉਹ ਕਨਾਤ ਵਿੱਚ ਜਾ ਕੇ ਵੇਖਿਆ ਤੇ ਉੱਥੇ ਸਰੀਰ ਨਹੀਂ ਸੀ, ਇੱਕ ਚਾਦਰ ਪਈ ਹੋਈ ਸੀ। ਤੇ ਚਾਦਰ ਦੇ 2 ਹਿੱਸੇ ਕੀਤੇ ਗਏ। ਇਹ ਝੂਠ ਵਾ ਜੋ ਇਤਿਹਾਸ ਨੇ ਲਿਖਿਆ ਹੈ, ਸੱਚ ਜਾ ਕੇ ਮੈਂ ਅੱਗੇ ਦੱਸ ਦਿੰਦਾ। ਉਹ ਚਾਦਰ ਦੇ 2 ਹਿੱਸੇ ਕੀਤੇ ਗਏ। ਇੱਕ ਹਿੱਸਾ ਮੁਸਲਮਾਨਾਂ ਲੈ ਲਿਆ ਤੇ ਇੱਕ ਹਿੰਦੂਆਂ ਲੈ ਲਿਆ। ਮੁਸਲਮਾਨਾਂ ਨੇ ਦਫਨਾ ਦਿੱਤਾ ਚਾਦਰ ਨੂੰ, ਤੇ ਹਿੰਦੂਆਂ ਨੇ ਕੀ ਕੀਤਾ? ਉਹ ਚਾਦਰ ਦਾ ਸੰਸਕਾਰ ਕਰ ਦਿੱਤਾ। ਇਹ ਜੋ ਇਤਿਹਾਸ ਨੇ ਬੋਲਿਆ ਐਸਾ ਹੋਇਆ ਨਹੀਂ ਹੈ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਸਰੀਰ ਛੱਡ ਜਾਂਦੇ ਨੇ ਤੇ ਉਹਨਾਂ ਦਾ ਜਿਹੜਾ ਸਰੀਰ ਵਾ ਉਹ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਲੈ ਕੇ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਤੇ ਮਾਤਾ ਸੁਲੱਖਣੀ ਜੀ, ਬਾਬਾ ਬੁੱਢਾ ਜੀ ਤੇ ਭਾਈ ਸਧਾਰਨ ਜੀ, ਉਹਨਾਂ ਦੇ ਮਿਰਤਕ ਸਰੀਰ ਨੂੰ ਲੈ ਕੇ ਅਜਿੱਤੇ ਰੰਧਾਵੇ ਦੇ ਖੂਹ ਤੇ ਲੈ ਆਉਂਦੇ ਨੇ। ਜਿਹੜੇ ਅਸਲੀ ਗੱਲ ਵਾ, ਇਹ ਨਕਲੀ ਗੱਲ ਇਸ ਕਰਕੇ ਪਾਈ ਗਈ ਵੀ ਬਾਬਾ ਤੇ ਦੇਹ ਸਣ ਦੇਹ ਚਲ ਗਿਆ ਤੇ ਤੁਸੀਂ ਲੱਭਦੇ ਫਿਰੋ।
ਤੇ ਗੁਰੂ ਨਾਨਕ ਸਾਹਿਬ ਨੇ ਪਤਾ ਕੀ ਕਿਹਾ ਸੀ ਜਾਣ ਤੋਂ ਪਹਿਲਾਂ ਬਚਨ, ਬਾਬਾ ਮੜੀ ਨਾ ਗੋਰ ਬਾਬਾ ਅੰਗਦ ਕੇ ਹੀਏ ਨੇ ਹੀਏ ਮੈਂ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੇਰੀ ਕੋਈ ਕਬਰ ਨਾ ਬਣਾਇਓ ਜੇ, ਮੇਰੀ ਕੋਈ ਗੋਰ ਮੜੀ ਨਾ ਬਣਾ ਦਿਓ ਜੋ। ਸਿੱਖੀ ਵਿੱਚ ਅੰਗੀਠਾ ਨਹੀਂ ਬਣਨਾ ਚਾਹੀਦਾ ਕਿਸੇ ਦਾ ਵੀ, ਮਨਾ ਕੀਤਾ ਗੁਰੂ ਸਾਹਿਬਾਨ ਨੇ। ਅੱਗੇ ਚੱਲ ਕੇ ਮੇਰਾ ਖੁਲਾਸਾ ਕਰ ਦਿੰਦਾ। ਬਾਬਾ ਮੜੀ ਨਾ ਗੋਰ ਬਾਬਾ ਅੰਗਦ ਕੇ ਹੀਏ ਮੈਂ, ਨਿਸ ਦਿਨ ਔਰ ਨਿਸ ਦਿਨ ਸਤਸੰਗਤ ਬਾਸਾ ਮੈਂ ਕਰੂੰ। ਮੈਂ ਅੱਜ ਤੋਂ ਬਾਅਦ ਮੈਨੂੰ ਲੱਭਣਾ ਹੋਵੇ ਤੇ ਮੈਂ ਗੁਰੂ ਅੰਗਦ ਸਾਹਿਬ ਦੇ ਹੀਰੇ ਹਿਰਦੇ ਵਿੱਚ ਵਾਂ, ਤੇ ਜਾਂ ਜਿੱਥੇ ਬੈਠ ਕੇ ਗੁਰੂ ਕੀ ਸੰਗਤ ਸ਼ਬਦ ਪੜ੍ਹਦੀ ਹੋਊਗੀ ਮੈਂ ਉੱਥੇ ਆ, ਤੇ ਮੇਰੀ ਕਬਰ ਨਾ ਬਣਾਇਓ ਜੇ। ਤੇ ਅੱਜ ਤੁਸੀਂ ਕਰਤਾਰਪੁਰ ਨੂੰ ਬੜਾ ਤਰਸਦੇ ਹੋ। ਕੱਲ ਵੀ ਮੈਂ ਕਿਸੇ ਨੂੰ ਕਹਿ ਰਿਹਾ ਵੀ ਜਿੰਨਾ ਪੈਸਾ ਬਰਬਾਦ ਕੀਤਾ ਅੱਜ ਤੋਂ ਸਾਲ ਪਹਿਲਾਂ ਇਸ ਕਰਤਾਰਪੁਰ ਦੇ ਲਾਂਘੇ ਵਾਸਤੇ, ਕਰੋੜਾਂ ਰੁਪਈਆ ਬਰਬਾਦ ਕਰ ਦਿੱਤਾ ਗਿਆ ਡੇਰਾ ਬਾਬਾ ਨਾਨਕ ਦੇ ਜਿੱਥੇ ਰਾਹ ਬਣਾਉਣਾ ਸੀ, ਤੇ ਉੱਥੇ ਹੁਣ ਕੁੱਤੇ ਹੱਗਣ ਦੇ ਨੇ, ਕਿਸੇ ਕੰਮ ਨਹੀਂ ਆਇਆ। ਉਹੋ ਹੀ ਪੈਸਾ ਜੇ ਕੋਈ ਇੱਥੇ ਕੋਈ ਫੈਕਟਰੀ ਖੋਲ੍ਹ ਕੇ ਕੋਈ ਨੌਜਵਾਨ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਜਾਂਦਾ ਤਾਂ ਕਿਆ ਮਜ਼ਾ ਸੀ। ਰੁਜ਼ਗਾਰ ਬੱਚੇ, ਬੇਰੁਜ਼ਗਾਰ ਬੱਚੇ ਨਸ਼ੇ ਕਰਨ ਦੇ ਨੇ, ਤੇ ਤੁਸੀਂ ਅਰਬਾਂ ਰੁਪਈਆ ਬਿਨਾਂ ਮਤਲਬ ਤੋਂ ਖਰਚ ਕੇ ਰੱਖ ਦਿੱਤਾ। ਕੀ ਲੋੜ ਪੈ ਗਈ ਸੀ ਸਿੱਖੋ ਤੁਹਾਨੂੰ ਉੱਥੇ ਐਸਾ ਕੰਮ ਕਰਵਾਉਣ ਦੀ? ਤੁਹਾਡੇ ਕੋਲ ਪੰਜਾਬ 'ਚ ਗੁਰਦੁਆਰੇ ਥੋੜ੍ਹੇ ਨੇ, ਪਾਕਿਸਤਾਨ 'ਚ ਸਿੱਖ ਹੈ ਨਹੀਂ, ਉਹ ਸਾਂਭ ਰਹੇ ਨੇ। ਤੁਸੀਂ ਕਿਉਂ ਤਰਸ ਰਹੇ ਉੱਧਰ ਨੂੰ ਜਾਣ ਲਈ? ਤੁਹਾਨੂੰ ਕੀ ਲੋੜ ਪੈ ਗਈ ਉੱਧਰ ਜਾਣ ਦੀ? ਇਹ ਧਰਮ ਦੇ ਵਿੱਚ ਫੋਕਟ ਕਰਮ ਆ ਵੜੇ ਨੇ। ਖੈਰ, ਉਹ ਗੁਰੂ ਨਾਨਕ ਸੱਚੇ ਪਾਤਸ਼ਾਹ, ਜੇ ਤੁਸੀਂ ਕਰਤਾਰਪੁਰ ਜਾਓਗੇ ਤਾਂ ਉੱਥੇ ਬਾਬੇ ਦੀ ਕਬਰ ਵਾ, ਉੱਥੇ ਬਾਬੇ ਦੀ ਮਜ਼ਾਰ ਵਾ। ਇੱਕ ਕਬਰ ਬਣੀ ਆ, ਮਾਫ ਕਰਨਾ, ਸਮਾਧ ਬਣੀ ਹੋਈ ਹੈ। ਸਮਾਧ ਜਿਹੜੀ ਉਹ ਤਾਂ ਨੂੰ ਬਣਦੀ ਆ, ਤੇ ਮਜ਼ਾਰ ਜਿਹੜੀ ਠਾਂ ਨੂੰ ਲੰਮੇ ਪਾ ਕੇ ਧਰਤੀ ਤੇ ਬਣਦੀ ਆ। ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਨਾ ਮੇਰੀ ਸਮਾਧ ਬਣਾਇਓ ਤੇ ਨਾ ਮੇਰੀ ਮਜ਼ਾਰ ਬਣਾਇਓ। ਤੇ ਅੱਜ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਦੀ ਸਮਾਧ ਵੀ ਆ ਤੇ ਮਜ਼ਾਰ ਵੀ ਆ। ਸਿੱਖੀ ਦੀਆਂ ਤੇ ਜੜਾ ਹੀ ਹੈ ਨਹੀਂ, ਇੱਥੋਂ ਸ਼ੁਰੂ ਹੋਈ ਸਿੱਖੀ। ਮਹਾਤਮਾ ਬੁੱਧ ਜੀ ਨੇ ਪ੍ਰਚਾਰ ਕੀਤਾ ਵੀ ਮੂਰਤੀਆਂ ਨਾ ਬਣਾਓ, ਮੂਰਤੀਆਂ ਨਾ ਪੂਜੋ, ਤੇ ਅੱਜ ਸਭ ਤੋਂ ਵੱਧ ਉਸੇ ਮਹਾਤਮਾ ਬੁੱਧ ਦੀਆਂ ਮੂਰਤੀਆਂ ਲੋਕੀ ਪੂਜਦੇ ਨੇ। ਮਹਾਂਪੁਰਖਾਂ ਦੇ ਨਾਲ ਬੇਇਨਸਾਫੀ ਲੋਕ ਕਰਦੇ ਨੇ, ਬੇਸਮਝ ਲੋਕ, ਤਾਂ ਕਿ ਮਹਾਂਪੁਰਖਾਂ ਦੇ ਮਿਸ਼ਨ ਨੂੰ ਖਤਮ ਕੀਤਾ ਜਾ ਸਕੇ। ਗੁਰੂ ਨਾਨਕ ਸਾਹਿਬ ਦਾ ਮਿਸ਼ਨ ਸੀ ਇੱਕ ਓਂਕਾਰ, ਰੱਬ ਦੀ ਬੰਦਗੀ, ਤੇ ਤੁਸੀਂ ਬਾਬੇ ਦੀਆਂ ਕਬਰਾਂ ਬਣਾ ਕੇ ਬਹਿ ਜਾਓ, ਤੁਸੀਂ ਬਾਬੇ ਦੀਆਂ ਸਮਾਧਾਂ ਬਣਾ ਕੇ ਬਹਿ ਜਾਓ। ਇਹ ਬਾਬੇ ਨਾਨਕ ਦਾ ਮਿਸ਼ਨ ਫੇਲ ਹੋ ਗਿਆ, ਫਿਰ ਫੇਲ ਹੋ ਜਾਊਗਾ ਬਾਬੇ ਦਾ ਮਿਸ਼ਨ ਜੇ ਤੁਸੀਂ ਇਹ ਕੰਮ ਕਰੋਗੇ ਤਾਂ। ਉੱਥੇ ਦੋ ਚੀਜ਼ਾਂ ਮਿਲਣੀਆਂ ਤੁਹਾਨੂੰ, ਤੇ ਦੋਵਾਂ ਤੋਂ ਮਨਾ ਕੀਤਾ ਗੁਰੂ ਨਾਨਕ ਸਾਹਿਬ ਨੇ, ਦੋਵੇਂ ਨਹੀਂ ਮੰਨਣੀਆਂ। ਉਹ ਫਿਰ ਗੁਰੂ ਨਾਨਕ ਸਾਹਿਬ ਦਾ ਸਰੀਰ ਲੈ ਕੇ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਬਾਬਾ ਬੁੱਢਾ ਜੀ, ਭਾਈ ਸਧਾਰਨ ਜੀ ਤੇ ਉਹਨਾਂ ਦਾ ਸਮੁੱਚਾ ਪਰਿਵਾਰ ਪੱਖੋ ਕੇ ਪਿੰਡ ਦੇ ਲਾਗੇ ਖੂਹ ਆ ਜਿੱਥੇ ਗੁਰੂ ਨਾਨਕ ਸਾਹਿਬ ਬਹਿੰਦੇ ਹੁੰਦੇ ਸੀ, ਉਹ ਖੂਹ ਤੇ ਲੈ ਕੇ ਆਉਂਦੇ ਨੇ ਤੇ ਇੱਥੇ ਚਿਖਾ ਤਿਆਰ ਕਰਦੇ ਨੇ। ਖੂਹ ਤੋਂ ਥੋੜਾ ਜਿਹਾ ਹਟਵਾ ਚਿਖਾ ਤਿਆਰ ਕਰਕੇ ਗੁਰੂ ਨਾਨਕ ਸਾਹਿਬ ਦੇ ਸਰੀਰ ਦਾ ਉੱਥੇ ਸੰਸਕਾਰ ਕੀਤਾ ਜਾਂਦਾ ਹੈ। ਤੇ ਉੱਥੇ ਮੁੜ ਕੇ ਉਹਨਾਂ ਦੀ ਯਾਦ ਵਿੱਚ ਬਾਬਾ ਸ਼੍ਰੀ ਚੰਦ ਜੀ ਵੱਲੋਂ ਇੱਕ ਮੰਦਿਰ ਬਣਾ ਦਿੱਤਾ ਜਾਂਦਾ ਹੈ, ਤੇ ਉਹਦਾ ਨਾਂ ਰੱਖ ਦਿੱਤਾ ਜਾਂਦਾ ਦੋਹਰਾ ਬਾਬਾ ਨਾਨਕ ਜੀ। ਦੋਹਰਾ ਉਹਨੂੰ ਕਹਿੰਦੇ ਨੇ ਜਿੱਥੇ ਕੋਈ ਪੂਜਾ ਕੀਤੀ ਜਾ ਸਕਦੀ ਹੈ ਨਾ। ਦੋਹਰਾ ਹਸਤ ਖੇਲ ਤੇਰੇ ਦੋਹਰੇ ਆਇਆ। ਉਹ ਦੋਹਰਾ ਬਾਬਾ ਨਾਨਕ ਦਾ ਨਾਂ ਬਦਲ ਕੇ ਹੁਣ ਰੱਖਿਆ ਗਿਆ ਵਾ ਡੇਰਾ ਬਾਬਾ ਨਾਨਕ। ਤੇ ਬਾਬਾ ਸ਼੍ਰੀ ਚੰਦ ਜੀ ਨੇ ਉਸ ਜਗ੍ਹਾ ਉੱਤੇ, ਜਿਸ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਦਾ ਸੰਸਕਾਰ ਕੀਤਾ ਸੀ ਨਾ, ਤੇ ਦੋਹਰਾ ਬਣਾ ਦਿੱਤਾ। ਇਹਦੀ ਮੋਹਰ ਲਾਉਂਦੇ ਨੇ ਭਾਈ ਗੁਰਦਾਸ ਜੀ, ਉਹ ਕਹਿੰਦੇ ਨੇ ਬਾਲ ਜਤੀ ਹੈ ਸ਼੍ਰੀ ਚੰਦ ਬੇਬਾਣਾ ਦੋਹਰਾ ਬਣਾਇਆ। ਇਹ ਦੋਹਰਾ ਸ਼੍ਰੀ ਚੰਦ ਜੀ ਵੱਲੋਂ ਇਸ ਕਰਕੇ ਬਣਾਇਆ ਗਿਆ ਵੀ ਤੁਸੀਂ ਲਹਿਣੇ ਨੂੰ ਨਹੀਂ ਮੰਨਣਾ। ਲਹਿਣਾ ਤੇ ਇੱਥੇ ਝਾੜੂ ਫੇਰਦਾ ਰਿਹਾ ਕਰਤਾਰਪੁਰ, ਤੇ ਲਹਿਣੇ ਦੀ ਕਾਹਦੀ ਪੂਜਾ ਹੋਈ? ਪੂਜਾ ਤਾਂ ਸਾਡੇ ਬਾਬੇ ਦੀ ਹੋਣੀ ਚਾਹੀਦੀ ਆ, ਤੇ ਤੁਸੀਂ ਲਹਿਣੇ ਨੂੰ ਨਹੀਂ ਮੰਨਣਾ। ਮੈਂ ਬਾਬਾ ਗੁਰੂ ਨਾਨਕ ਸਾਹਿਬ ਦਾ ਦੋਹਰਾ ਬਣਾ ਦਿੱਤਾ, ਤੇ ਇੱਥੇ ਆਣ ਕੇ ਬਾਬੇ ਦੀ ਪੂਜਾ ਕਰੋ, ਦੋਹਰੇ ਦੀ ਪੂਜਾ ਕਰੋ। ਸਿੱਖ ਪੂਜਾ ਕਰਦਾ ਹੀ ਨਹੀਂ ਦੋਹਰੇ ਦੀ। ਇੱਥੋਂ ਬਾਬਾ ਸ਼੍ਰੀ ਚੰਦ ਦੇ ਨਾਲ ਸਿੱਖੀ ਦੀ ਥੋੜੀ ਅਣਬਣ ਹੋਈ ਹੈ।
ਇਹ ਭਾਈ ਗੁਰਦਾਸ ਜੀ ਨਾਂ ਲਿਖਦੇ ਤਾਂ ਸ਼ਾਇਦ ਅਸੀਂ ਕਹਿ ਹੀ ਨਾ ਸਕਦੇ ਹੁੰਦੇ। ਉਹ ਫਿਰ ਇਸ ਜਗ੍ਹਾ ਤੇ ਲਿਆਣ ਕੇ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਦਾ ਸੰਸਕਾਰ ਕੀਤਾ। ਤੇ ਜੇ ਕਿਸੇ ਨੂੰ ਸ਼ੱਕ ਹੋਵੇ ਨਾ, ਉਹ ਜਗ੍ਹਾ ਜੇ ਹੈਗੀ ਉੱਥੇ ਡੇਰੇ ਬਾਬੇ ਨਾਨਕ, ਤੇ ਅੱਜ ਕੱਲ੍ਹ ਉੱਥੇ ਗੁਰਦੁਆਰਾ ਨਵਾਂ ਪੈ ਰਿਹਾ ਵਾ। ਅੱਜ ਤੋਂ 2019 ਵਿੱਚ ਉਹ ਕੰਮ ਆਰੰਭ ਹੋਇਆ ਸੀ, 2 ਸਾਲ ਹੋ ਗਏ ਨੇ। ਉਹ ਜਗ੍ਹਾ ਵੇਖ ਸਕਦੇ ਹੋ ਜਿੱਥੇ ਗੁਰੂ ਨਾਨਕ ਸਾਹਿਬ ਦੀਆਂ ਅਸਥੀਆਂ ਪਈਆਂ ਹੋਈਆਂ ਨੇ, ਗਾਗਰ 'ਚ ਪਾ ਕੇ ਉੱਥੇ ਰੱਖੀਆਂ ਹੋਈਆਂ ਨੇ। ਉੱਥੇ ਅਸਥੀਆਂ ਵੀ ਪਈਆਂ ਹੋਈਆਂ, ਉਹ ਜਗ੍ਹਾ ਵੀ ਕਾਇਮ ਆ ਜਿੱਥੇ ਸੰਸਕਾਰ ਹੋਇਆ ਵਾ। ਤੇ ਆਹ ਜਿਹੜੇ ਰੌਲੀ ਪਾਈ ਜਾਂਦੇ ਨੇ, ਸਣਦੇ ਚਲ ਗਏ, ਸਣਦੇ ਚਲ ਗਏ, ਉੱਥੇ ਚਾਦਰੀ ਮਿਲ ਗਈ, ਉੱਥੇ ਝਗੜਾ ਖੜਾ ਹੋ ਗਿਆ, ਇਹ ਪਤਾ ਨਹੀਂ ਕਿਸ ਕਿਸਮ ਦੇ ਲੋਕ ਨੇ। ਉਹ ਫਿਰ ਉਸ ਜਗ੍ਹਾ ਉੱਤੇ ਬਾਬਾ ਸ਼੍ਰੀ ਚੰਦ ਜੀ ਇੱਕ ਮੰਦਿਰ ਬਣਾ ਦਿੰਦੇ ਨੇ ਤੇ ਕਹਿੰਦੇ ਨੇ ਵੀ ਖਡੂਰ ਸਾਹਿਬ ਨਹੀਂ ਕਿਸੇ ਨੇ ਜਾਣਾ, ਬਾਬਾ ਜੀ ਦਾ ਇੱਥੇ ਸੰਸਕਾਰ ਹੋਇਆ ਤੇ ਇਹਦੀ ਪੂਜਾ ਕਰੋ। ਤੇ ਆਹ ਹੁਣ ਜਿਹੜੇ ਤੁਸੀਂ ਬਰਸ਼ੀਆਂ ਮਨਾਉਂਦੇ, ਬਾਬਿਆਂ ਦੇ ਅੰਗੀਠੇ ਬਣਦੇ ਨੇ ਪਿੰਡ ਪਿੰਡ ਘਰ ਘਰ ਵਿੱਚ, ਉਹਦਾ ਕਾਰਨ ਵੀ ਇਹੋ ਹੋਇਆ ਵੀ ਲੋਕਾਂ ਨੂੰ ਸ਼ਬਦ ਨਾਲੋਂ ਤੋੜ ਕੇ ਤੇ ਬਾਬਿਆਂ ਦੇ ਅੰਗੀਠਿਆਂ ਨਾਲ ਜੋੜਿਆ ਜਾ ਸਕੇ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹਦਾਇਤ ਕਰ ਗਏ ਸੀ, ਭਾਈ ਇਹ ਜਿਹੜਾ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਦਾ ਅੰਗੀਠਾ ਬਣਾ ਦਿੱਤਾ ਤੇ ਬਾਕੀ ਗੁਰੂਆਂ ਨੇ ਵਿਰੋਧਤਾ ਕੀਤੀ ਇਸ ਅੰਗੂਠੇ ਦੀ। ਅੰਗੀਠਾ ਨਹੀਂ ਬਣਨਾ ਚਾਹੀਦਾ, ਭਾਵੇਂ ਕਿਸੇ ਗੁਰੂ ਦਾ ਹੋਵੇ ਤੇ ਭਾਵੇਂ ਕਿਸੇ ਸਿੱਖ ਦਾ ਹੋਵੇ। ਅੰਗੀਠਾ ਸਿੱਖੀ ਵਿੱਚ ਨਹੀਂ ਹੈ। ਸਿੱਖ ਅੰਗੀਠਿਆਂ ਦੀ ਪੂਜਾ ਨਹੀਂ ਕਰਦਾ। ਅੰਗੀਠੇ ਦਾ ਮਤਲਬ ਕੀ ਹੁੰਦਾ ਹੈ? ਅੰਗ ਇਠਾ, ਜਿੱਥੇ ਅੰਗ ਇਕੱਠੇ ਕਰਕੇ ਰੱਖ ਲਓ ਉਹਨੂੰ ਕਹਿੰਦੇ ਨੇ ਅੰਗੀਠਾ। ਤੇ ਕੀ ਸਿੱਖ ਇਹਨਾਂ ਹੱਡੀਆਂ ਦੀ ਪੂਜਾ ਕਰਦਾ ਹੈ? ਜਿੱਥੇ ਇਹ ਹੱਡ ਰੱਖੇ ਜਾਣਗੇ ਇਹਨਾਂ ਦੀ ਉਹ ਜਗ੍ਹਾ ਦੀ ਪੂਜਾ ਹੋਊਗੀ। ਤੇ ਮਹਾਰਾਜ ਕਹਿੰਦੇ ਪੂਜਾ ਕੀਜੇ ਨਾਮ ਧਿਆਈਐ, ਬਿਨ ਨਾਵੇਂ ਪੂਜ ਨਾ ਹੋਏ। ਸਿੱਖਾ ਤੂੰ ਰੱਬ ਦੀ ਪੂਜਾ ਕਰਨੀ ਆ, ਨਾਮ ਦੀ ਪੂਜਾ ਕਰਨੀ, ਤੂੰ ਅੰਗੀਠਿਆਂ ਦੀ ਪੂਜਾ ਨਹੀਂ ਕਰਨੀ, ਤੂੰ ਬਾਬਿਆਂ ਦੀਆਂ ਬਰਸ਼ੀਆਂ ਦੇ ਪਿੱਛੇ ਨਹੀਂ ਜਾਣਾ। ਮੈਂ ਅੱਗੇ ਵੀ ਕਹਿ ਰਿਹਾ ਸੀ ਵੀ ਹੁਣ 12 ਤਰੀਕ ਨੂੰ ਬਰਸ਼ੀ ਆਉਣੀ ਗੁਰੂ ਨਾਨਕ ਸਾਹਿਬ ਦੀ, ਡੇਰਾ ਬਾਬਾ ਨਾਨਕ ਤੇ। ਇੱਕ ਸਿੱਖ ਨੇ ਉਸ ਦਿਨ ਉਸ ਥਾਂ ਤੇ ਨਹੀਂ ਜਾਣਾ, ਇੱਕ ਸਿੱਖ ਵੀ ਨਹੀਂ ਜਾਂਦਾ। ਤੇ ਜਿੱਦਣ ਕਿਸੇ ਬਾਬੇ ਦੀ ਬਰਸ਼ੀ ਹੋਊਗੀ ਤੇ ਮਹੀਨਾ ਪਹਿਲਾਂ ਉਹ ਕਹਿ ਰਹੇ ਭਾਈ ਸਰਜੀਤ ਸੋਹਣੀ ਬਾਬੇ ਉਹ ਪਾਲੇ ਦਾ ਕੋਈ ਬਣ ਗਿਆ। ਇਹ ਬਣਦੇ ਰਹਿਣੇ ਨੇ ਜਿੰਨਾ ਚਿਰ ਅਸੀਂ ਸੱਚ ਨੂੰ ਨਾ ਪਛਾਣ ਸਕੇ, ਜਿੰਨਾ ਚਿਰ ਅਸੀਂ ਧਰਮ ਨਾ ਕਮਾਇਆ ਬਾਬੇ ਨਾਨਕ ਵਾਲਾ। ਤੇ ਭਾਈ ਸਰਜੀਤ ਸਿੰਘ ਇਹ ਇੱਦਾਂ ਹੋਣੀ ਆ। ਸਿੱਖ ਥੋੜੇ ਰਹਿ ਜਾਣੇ ਨੇ ਤੇ ਅੰਗੀਠੇ ਬਹੁਤੇ ਬਣ ਜਾਣੇ ਨੇ। ਆਹ ਜਿੱਥੇ ਮੈਂ ਰਹਿਣਾ 3 ਅੰਗੀਠੇ ਤੇ ਇਸੇ ਪਿੰਡ 'ਚ ਬਾਬਿਆਂ ਦੇ ਬਣੇ ਹੋਏ ਨੇ। ਹੁਣ ਇੱਕ ਸਿੱਖ ਪਿੰਡ ਵਿੱਚ 3 ਅੰਗੀਠੇ ਬਣ ਗਏ, ਸਿੱਖ ਕੀ ਕਰੂ? ਖੈਰ ਉਹ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਨਾ ਭਾਈ, ਸਾਡੀ ਮੜੀ ਨਹੀਂ ਬਣਾਉਣੀ, ਸਾਡੀ ਕਬਰ ਨਹੀਂ ਬਣਾਉਣੀ। ਮੈਂ ਕਹਿ ਰਿਹਾ ਸੀ ਜਿੱਦਣ ਹੁਣ ਬਾਬੇ ਦਾ ਬਰਸ਼ੀ ਆਉਣੀ ਗੁਰੂ ਨਾਨਕ ਸਾਹਿਬ ਦੀ, ਕਿਸੇ ਨੇ ਨਹੀਂ ਜਾਣਾ। ਤੇ ਜਿੱਦਣ ਕਿਸੇ ਬਾਬੇ ਦੀ ਬਰਸ਼ੀ ਹੋਊਗੀ ਤੇ ਮਹੀਨਾ ਪਹਿਲਾਂ ਬੋਰਡ ਲੱਗ ਜਾਣਗੇ ਤੇ ਲੱਖਾਂ ਰੁਪਈਆ ਬੋਰਡਾਂ ਤੇ ਖਰਚ ਦਿੱਤਾ ਜਾਊਗਾ ਤੇ ਸਾਰਾ ਜ਼ਿਲ੍ਹਾ ਉੱਥੇ ਇਕੱਠਾ ਹੋ ਜਾਊਗਾ। ਬਾਬੇ ਦੀ ਬਰਸ਼ੀ ਬਣਾ ਰਹੇ ਆ ਜੀ, ਤੇ ਗੁਰੂ ਨਾਨਕ ਸਾਹਿਬ ਦੀ ਬਰਸ਼ੀ ਦਾ ਕਿਸੇ ਸਿੱਖ ਨੂੰ ਚੇਤਾ ਹੀ ਨਹੀਂ। ਖੈਰ ਉਹ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਦਾ ਜਿੱਥੇ ਸੰਸਕਾਰ ਕੀਤਾ ਨਾ, ਉੱਥੇ ਦੋਹਰਾ ਬਣਾ ਦਿੱਤਾ, ਮੰਦਿਰ ਬਣਾ ਦਿੱਤਾ, ਆਖਿਆ ਇਸ ਦੀ ਪੂਜਾ ਕਰੋ। ਇਤਿਹਾਸ ਬੋਲਦਾ ਵੀ ਉਹ ਮੰਦਿਰ ਛੋਟਾ ਸੀ। ਮੁੜ ਕੇ ਹੈਦਰਾਬਾਦ ਦਾ ਜਿਹੜਾ ਰਾਜਾ ਸੀ ਨਾ, ਉਹਦਾ ਸੰਬੰਧ ਸੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ। ਉਹਨੇ ਉਸ ਮੰਦਿਰ ਨੂੰ ਵੱਡਾ ਬਣਾ ਦਿੱਤਾ ਜਿੱਥੇ ਗੁਰੂ ਨਾਨਕ ਸਾਹਿਬ ਦਾ ਸੰਸਕਾਰ ਹੋਇਆ ਸੀ। ਤੇ ਉਸ ਮੰਦਿਰ ਦੇ ਉੱਤੇ ਜਿਹੜਾ ਦਰਬਾਰ ਸਾਹਿਬ ਸੋਨਾ ਲੱਗਾ ਨਾ, ਉਹ ਸੋਨੇ ਲਾਉਣ ਤੋਂ ਪਹਿਲਾਂ ਬਾਬਾ ਮਹਾਰਾਜਾ ਰਣਜੀਤ ਸਿੰਘ ਨੇ ਇਸ ਡੇਰੇ ਬਾਬੇ ਨਾਨਕ ਦਾ ਜਿਹੜਾ ਗੁਰਦੁਆਰਾ ਉੱਤੇ ਸੋਨਾ ਪਹਿਲਾਂ ਲਾਇਆ ਕਿ ਬਾਬੇ ਨਾਨਕ ਦੀ ਉਹ ਜਗ੍ਹਾ ਜਿੱਥੇ ਗੁਰੂ ਨਾਨਕ ਸਾਹਿਬ ਦਾ ਸੰਸਕਾਰ ਹੋਇਆ। ਇਸੇ ਕਹਿੰਦੇ ਉਹਦਾ ਸੰਸਕਾਰ ਹੋਇਆ ਹੀ ਨਹੀਂ, ਉਹ ਸਣਦੇ ਹੀ ਚਲ ਗਿਆ ਵਾ। ਉਹ ਉੱਥੇ ਹਜੂਰ ਸਾਹਿਬ ਘੋੜਾ ਹੀ ਲੈ ਗਏ ਨੇ। ਤਾਂ ਨੂੰ ਘੋੜੇ ਵੀ ਜਾਂਦੇ ਨੇ। ਇਹ ਕਿੱਥੇ ਲਿਖਿਆ ਤਾਂ ਨੂੰ ਘੋੜੇ ਵੀ ਜਾਂਦੇ ਨੇ ਸੱਚਖੰਡ ਨੂੰ? ਇਹਦਾ ਸੱਚਖੰਡ ਵਿੱਚ ਲਿੱਦ ਵੀ ਕਰਦੇ ਹੋਣਗੇ ਘੋੜੇ। ਫਿਰ ਜਿੱਥੇ ਉਹ ਘੋੜੇ ਜਾਣਗੇ ਲਿੱਦ ਤਾਂ ਉਹਨਾਂ ਕਰਨੀ। ਇਹ ਕਿੱਦਾਂ ਦੀਆਂ ਫਜ਼ੂਲ ਗੱਲਾਂ? ਨਹੀਂ, ਗੁਰੂ ਸਾਹਿਬਾਂ ਦੇ ਬਾਕੀਆਂ ਗੁਰੂਆਂ ਦੇ ਸੰਸਕਾਰ ਹੋਏ ਨੇ ਨਾ। ਗੁਰੂ ਅੰਗਦ ਸਾਹਿਬ ਦਾ ਸੰਸਕਾਰ ਹੋਇਆ ਵਾ, ਗੁਰੂ ਅਮਰਦਾਸ ਦਾ, ਗੁਰੂ ਰਾਮਦਾਸ ਦਾ, ਸਾਰਿਆਂ ਦੇ ਸੰਸਕਾਰ ਹੋਏ ਨੇ।
ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਦਾ ਵੀ ਸੰਸਕਾਰ ਹੋਇਆ ਭਾਈ ਡੇਰਾ ਬਾਬਾ ਨਾਨਕ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੰਸਕਾਰ ਹੋਇਆ ਹੈ। ਤੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਇਹ ਅਸੀਂ ਵਹਿਮ ਭਰਮਾਂ ਚੋਂ ਨਿਕਲੀਏ ਭਾਈ। ਸਾਨੂੰ ਸਰੀਰ ਜਾਣ ਦੇ ਨਾਲ ਸਾਡਾ ਗੁਰੂ ਨਹੀਂ ਤੁਰ ਜਾਂਦਾ, ਸਰੀਰ ਮਰਨ ਦੇ ਨਾਲ ਗੁਰੂ ਨਹੀਂ ਮਰਨ ਜਾਂਦਾ। ਤਤ ਨਿਰੰਜਨ ਜੋਤ ਸੁਬਾਹੀ ਸੋਹੰ ਭੇਦ ਨਾ ਕੋਈ ਜਿਉ, ਅਪਰੰਪਰ ਪਾਰ ਬ੍ਰਹਮ ਨਾਨਕ ਗੁਰ ਮਿਲਿਆ ਸੋਈ ਜਿਉ। ਉਹ ਪੈਗੰਬਰ ਹੁੰਦੇ ਨੇ, ਗੁਰੂ ਜਿਹੜੇ ਹੁੰਦੇ ਨੇ ਉਹ ਪੈਗੰਬਰ ਹੁੰਦੇ ਨੇ। ਪੈਗੰਬਰ ਪੈਗਾਮ ਲੈ ਕੇ ਆਉਂਦੇ ਨੇ, ਉਹ ਸਾਨੂੰ ਕਹਿ ਜਾਂਦੇ ਨੇ ਤੁਸਾਂ ਇਹ ਕਰਨਾ, ਜਿਹੜੇ ਕਹਿ ਜਾਂਦੇ ਨੇ ਤੁਸੀਂ ਇਹ ਕਰਿਓ, ਉਹ ਤੇ ਅਸੀਂ ਕਰਦੇ ਨਹੀਂ ਆ। ਤੇ ਉਹਨਾਂ ਦੀਆਂ ਯਾਦਾਂ ਕਬਰਾਂ ਬਣਾ ਕੇ ਉਹਨਾਂ ਦੀਆਂ ਬੜਾ ਕੁਛ ਕਰਦੇ ਫਿਰਦੇ, ਫਿਰ ਉਹਦੇ ਮੇਲੇ ਮਨਾਉਂਦੇ ਫਿਰਦੇ ਆ। ਨਹੀਂ ਨਹੀਂ ਨਹੀਂ, ਜਿਸ ਕਾ ਪੁਰਬ ਮਨਾਤੇ ਉਸ ਕੀ ਬਾਤ ਮਾਨੋ। ਜੇ ਸਿੱਖਾ ਤੂੰ ਗੁਰੂ ਨੂੰ ਮਨਾ ਲਿਆ, ਸ਼ਬਦ ਨਾਲ ਜੁੜ ਗਿਆ, ਤੈਨੂੰ ਕੋਈ ਬਾਬਿਆਂ ਦੀਆਂ ਬਰਸ਼ੀਆਂ ਮਨਾਉਣ ਦੀ ਲੋੜ ਕੋਈ ਨਹੀਂ ਹੈ, ਤੈਨੂੰ ਕੋਈ ਨਗਰ ਕੀਰਤਨਾਂ ਦੀ ਲੋੜ ਨਹੀਂ ਹੈ। ਸਿੱਖਾ ਤੂੰ ਗੁਰੂ ਕੀ ਬਾਣੀ ਨਾਲ ਜੁੜ, ਇਦੋਂ ਵੱਡਾ ਕੋਈ ਧਰਮ ਨਹੀਂ ਗਾ। ਮੈਂ ਉਦੋਂ ਪਿਛਲੀ ਵਾਰੀ ਕਿਹਾ ਹੈ ਨਾ ਕਿ ਸਗਲ ਧਰਮੇ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਧਰਮ। ਸਭ ਤੋਂ ਵੱਡਾ ਤੇ ਸੁੱਚਾ ਧਰਮ ਹੈ ਸੰਗਤ 'ਚ ਬੈਠ ਕੇ ਰੱਬ ਦਾ ਨਾਮ ਜਪਣਾ, ਇਸ ਤੋਂ ਇਲਾਵਾ ਕੋਈ ਧਰਮ ਨਹੀਂ ਹੈ। ਤੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ, ਇਹ ਫਾਨੀ ਸੰਸਾਰ ਹੈ ਭਾਈ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ। ਸਭ ਨੇ ਜਾਣਾ ਗੁਰੂ ਪਗਈ ਪੈਗੰਬਰ ਸਭ ਤੁਰ ਗਏ, ਪੀਰ ਪੈਗੰਬਰ ਔਲੀਏ ਕੋ ਥਿਰ ਨਾ ਰਹਾਸੀ। ਹਾਂਜੀ, ਨੇਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਬਨਾਸੀ। ਜਾਂ ਤੇ ਉਹ ਰਹਿਣਾ ਹੈ ਜਿਹਨੂੰ ਮੁਸਲਮਾਨ ਕਹਿੰਦੇ ਨੇ ਲਾ ਇਲਾ ਇਲਲਿਲਾ ਮੁਹੰਮਦ ਰਸੂਲ ਅੱਲਾ, ਉਹ ਇੱਕੋ ਇੱਕ ਪੈਗੰਬਰ ਰਹਿਣਾ ਹੈ। ਪੈਗੰਬਰ ਆਉਣਗੇ ਤੁਰ ਜਾਣਗੇ, ਪੈਗਾਮ ਦੇ ਜਾਣਗੇ ਤੁਰ ਜਾਣਗੇ। ਤੁਸੀਂ ਜਿਹੜਾ ਪੈਗਾਮ ਲੈ ਕੇ ਆ ਉਹਦੇ ਪਿੱਛੇ ਨਹੀਂ ਜਾਣਾ। ਜਿਹਨੂੰ ਮਾਰ ਕਹਿੰਦੇ ਜੋ ਹਮਕੋ ਪਰਮੇਸ਼ਰ ਉਚਰੇ ਤੇ ਨਰ ਸਭ ਨਰ ਕੁੰਟ ਮੇ ਪਰ ਹੈ। ਗੁਰੂ ਆਉਂਦਾ ਹੈ ਸਾਨੂੰ ਰਾਹ ਦਿਖਾਉਣ ਲਈ, ਸਾਨੂੰ ਕੋਈ ਦੱਸਣ ਵਾਸਤੇ, ਬਸ ਉਸ ਨੂੰ ਮੰਨਣਾ ਜੋ ਦੱਸ ਗਿਆ ਸਾਨੂੰ। ਉਹ ਮੁੜ ਕੇ ਤੁਰ ਜਾਂਦੇ ਨੇ। ਸਰੀਰ ਆ ਭਾਈ, ਇਹ ਸਰੀਰ ਸਾਰਿਆਂ ਦੇ ਤੁਰ ਜਾਣੇ ਨੇ। ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋਈ ਪਈ ਹੈ ਰੇ। ਗੁਰੂ ਵੀ ਤੁਰ ਜਾਂਦੇ ਨੇ, ਚੇਲੇ ਵੀ ਤੁਰ ਜਾਂਦੇ ਨੇ। ਹਾਂ, ਜਿਹੜੇ ਗੁਰੂ ਦੇ ਬਚਨਾਂ ਨੂੰ ਮੰਨ ਲੈਂਦੇ ਨੇ, ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ। ਉਹਨਾਂ ਦੇ ਬਚਨ ਕਮਾਉਣੇ ਨੇ, ਉਹਨਾਂ ਦੀਆਂ ਬਰਸ਼ੀਆਂ ਨਹੀਂ ਮਨਾਉਣੀਆਂ। ਕੋਈ ਲੋੜ ਨਹੀਂ ਹੈ ਬਰਸ਼ੀਆਂ ਬੁਰਸ਼ੀਆਂ ਮਨਾਉਣ ਦੀ ਬਾਬਿਆਂ ਦੀ। ਇਹ ਕੌਮ ਦਾ ਕਰੋੜਾਂ ਰੁਪਈਆ ਬਰਬਾਦ ਕਰਦੇ ਨੇ ਲੋਕ ਬਰਸ਼ੀਆਂ ਦੇ ਨਾਂ 'ਤੇ, ਆਪਣੇ ਡੇਰਿਆਂ ਦੇ ਨਾਂ 'ਚ ਮੁਕਾਉਂਦੇ ਨੇ। ਨਾ ਭਾਈ, ਅਸੀਂ ਨਹੀਂ ਕਿਸੇ ਨੂੰ ਮੰਨਦੇ, ਅਸੀਂ ਰੱਬ ਨੂੰ ਮੰਨਦੇ ਹਾਂ, ਜਿਹੜਾ ਨਾ ਅਕਾਲ ਅਜੂਨੀ, ਜਿਹੜਾ ਜੰਮਦਾ ਨਹੀਂ ਮਰਦਾ ਨਹੀਂ, ਨਾ ਜਿਹਦੀ ਕੋਈ ਬਰਸ਼ੀ ਮਨਾਉਣ ਦੀ ਲੋੜ ਆ, ਨਾ ਜਿਹਦਾ ਕੋਈ ਨਗਰ ਕੀਰਤਨ ਕਰਨ ਦੀ ਲੋੜ ਆ, ਉਹਨੂੰ ਮੰਨੋ। ਸਹਿ ਮੇਰਾ ਏਕੋ ਹੈ ਭਾਈ, ਏਕੋ ਹੈ ਭਾਈ, ਏਕੋ ਹੈ। ਸਦੀਵ ਰਹਿਣ ਵਾਲਾ ਪਰਮੇਸ਼ਰ ਹੈ, ਉਹਦੇ ਨਾਲ ਜੋੜ ਕੇ ਗਏ ਗੁਰੂ ਨਾਨਕ ਸੱਚੇ ਪਾਤਸ਼ਾਹ। ਤੇ ਉਹ ਰਹਿਮਤ ਕਰਨ ਸੱਚੇ ਪਾਤਸ਼ਾਹ। ਬੇਅੰਤ ਪੁੱਲਾਂ ਹੋਈਆਂ, ਕਿਉਂਕਿ ਇਤਿਹਾਸ ਨੇ ਬੜਾ ਕੁਝ ਗਲਤ ਲਿਖਿਆ ਭਾਈ। ਤੇ ਉਹ ਹੁਣ ਜਦੋਂ ਉਹਦੇ ਉਲਟ ਬੋਲਾਂਗੇ ਤੇ ਕੋਈ ਥੋੜ੍ਹੀ ਵਿਰੋਧਤਾ ਤਾਂ ਝੱਲਣੀ ਪੈਣੀ ਹੈ। ਪਰ ਨਹੀਂ ਨਹੀਂ, ਮੈਂ ਅਖੀਰ ਤੇ ਇੱਕ ਗੱਲ ਕਹਿ ਦਿਆਂ, ਗੁਰੂ ਨਾਨਕ ਸਾਹਿਬ ਨੇ ਸਰੀਰ ਛੱਡਿਆ, ਉਹਨਾਂ ਦਾ ਸੰਸਕਾਰ ਹੋਇਆ। ਸੰਸਕਾਰ ਜਿਸ ਜਗ੍ਹਾ 'ਤੇ ਹੋਇਆ ਉਹ ਜਗ੍ਹਾ ਕਾਇਮ ਹੈ। ਜੇ ਕਿਸੇ ਨੂੰ ਸ਼ੱਕ ਵਾ, ਉਹ ਜਗ੍ਹਾ ਫੋਲ ਕੇ ਵੇਖ ਲਓ, ਉੱਥੇ ਸਾਰੀਆਂ ਨਿਸ਼ਾਨੀਆਂ ਮਿਲ ਜਾਣਗੀਆਂ। ਤੇ ਮਹਾਰਾਜ ਕਿਰਪਾ ਕਰਨ, ਐਸੀ ਵਹਿਮ ਭਰਮ ਤੋਂ ਦੂਰ ਹੋ ਕੇ ਗੁਰੂ ਕੀ ਬਾਣੀ ਨਾਲ ਜੁੜੀਏ, ਗੁਰੂ ਵਾਲੇ ਬਣੀਏ। ਇਹਨਾਂ ਕਹਿੰਦਾ ਦਾਸ ਖਿਮਨ ਦਾ ਜਾਚ ਕਹਿ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।